ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ऑफिशियल। सत श्री अकाल साਰਿਆਂ ਨੂੰ ਨਮਸਤੇ ਆਦਾਬ। ਸੋ ਅੱਜ ਆਪਾਂ ਪਹਿਲਾ ਐਪੀਸੋਡ ਯਾਨੀ ਪਹਿਲਾ ਲੈਕਚਰ ਲਗਾਉਣ ਲੱਗੇ ਆ ਪੰਜਾਬ ਕਰੰਟ ਅਫੇਅਰ ਸਪੈਸ਼ਲ। ਹੁਣ ਇਹ ਪਰਪਸ ਕਿਉਂ ਹੈ ਯਾਨੀ ਮੈਂ ਪੰਜਾਬ ਦੇ ਸਪੈਸ਼ਲ ਕਰੰਟ ਅਫੇਅਰ ਦਾ ਇਹ ਬੀੜਾ ਯਾਨੀ ਕਿਉਂ ਚੁੱਕ ਰਿਹਾਗਾ ਕਿਉਂਕਿ ਮੇਰਾ ਮੰਨਣਾ ਇਹ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਕਰੰਟ ਅਫੇਅਰ ਪੇਪਰ ਦੇ ਵਿੱਚ ਭਾਰੂ ਪੈਣਗੇ। ਰਾਈਟ ਜਿਵੇਂ ਪੀਪੀਐਸਸੀ पेपर ਪਾਉਣ ਲੱਗੀ ਆ ਤਾਂ ਤੁਸੀਂ ਮੰਨ ਲਓ ਇੱਕ ਟਾਈਮ ਐਸਾ ਆ ਜਾਣਾ ਜਿਵੇਂ ਸੀਨੀਅਰ ਅਸਿਸਟੈਂਟ ਦਾ ਜਿਸ ਤੋਂ ਨੈਕਸਟ ਜਿਹੜੇ ਵੀ ਐਗਜ਼ਾਮ ਹੈ ਉੱਥੇ ਪੰਜਾਬ ਦੇ ਕਰੰਟ ਅਫੇਅਰ ਭਾਰੂ ਪੈ ਸਕਦੇ ਨੇ। ਇਹ ਪੱਕੀ ਗੱਲ ਹੈ ਕਿਉਂਕਿ ਰਿਫਾਰਮ ਬਹੁਤ ਛੇਤੀ ਆ ਸਕਦਾ। ਜੋ ਪੇਪਰਾਂ ਦੇ ਵਿੱਚ ਚੇਂਜਿਸ ਅੱਜ ਕੱਲ੍ਹ ਐਗਜ਼ਾਮ ਲੈਣ ਦਾ ਤਰੀਕਾ ਚੇਂਜ ਹੋ ਰਿਹਾ ਹੈਗਾ ਉਸ ਤਰੀਕੇ ਦੇ ਨਾਲ ਮੈਂ ਪਰਪਸ ਤੋਂ ਕਹਿ ਰਿਹਾ ਕਿ ਪੰਜਾਬ ਦੇ ਕਰੰਟ ਅਫੇਅਰ ਬਹੁਤ ਜਲਦੀ ਤੁਹਾਨੂੰ ਪੇਪਰਾਂ ਦੇ ਵਿੱਚ ਦੇਖਣ ਨੂੰ ਮਿਲ ਜਾਣਗੇ। ਹੁਣ ਵੀ ਪੰਜਾਬ ਦੇ ਕਰੰਟ ਅਫੇਅਰ ਆ ਜਾਂਦੇ ਆ ਬਟ ਹਜੇ ਫਿਲਹਾਲ ਘੱਟ ਆਉਂਦੇ ਬਟ ਤੁਸੀਂ ਐਂ ਕਹਿ ਲਓ ਵੀ ਜੇਕਰ ਤੁਸੀਂ ਫੋਕਸ ਕਰੋਗੇ ਤਾਂ ਹੁਣ ਪੰਜਾਬ ਦੇ ਕਰੰਟ ਅਫੇਅਰ ਬਹੁਤ ਵਧੀਆ ਤਰੀਕੇ ਦੇ ਨਾਲ ਆਉਣ ਲੱਗ ਜਾਣਗੇ। ਇਹ ਮੈਂ ਕਿਉਂ ਕਹਿ ਰਿਹਾ ਜੇਕਰ ਤੁਹਾਨੂੰ ਮੈਂ ਯਾਦ ਦਿਵਾਵਾਂ ਕਿ ਜਦੋਂ 2014 ਦੇ ਵਿੱਚ ਯਾਨੀ ਸੈਂਟਰ ਸਰਕਾਰ ਬਣੀ ਹੈ ਯਾਨੀ ਕਿ ਜੋ ਬੀਜੇਪੀ ਦੀ ਸਰਕਾਰ ਬਣੀ ਹੈ ਉਸ ਤੋਂ ਪਹਿਲੇ ਕਰੰਟ ਅਫੇਅਰ ਦਾ ਕੋਈ ਬਹੁਤਾ ਜ਼ਿਆਦਾ ਨਹੀਂ ਹੁੰਦਾ ਸੀਗਾ ਰਾਈਟ। ਬਟ ਉਸ ਤੋਂ ਬਾਅਦ ਡਿਜੀਟਲ ਇੰਡੀਆ ਆਇਆ। ਸੋ ਆਬਵੀਅਸ ਗੱਲ ਹੈ ਡਿਜੀਟਲ ਇੰਡੀਆ ਤੇ ਨਾਲ ਮੋਦੀ ਗਵਰਨਮੈਂਟ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਯੋਜਨਾਵਾਂ ਆਈਆਂ ਤੇ ਕਰੰਟ ਅਫੇਅਰ ਇੰਨਾ ਜ਼ਿਆਦਾ ਪਪੂਲਰ ਹੋ ਗਿਆ ਤੇ ਅੱਜ ਤੱਕ ਕਰੰਟ ਅਫੇਅਰ ਤੋਂ ਬਗੈਰ ਯਾਨੀ ਕਿ ਕੋਈ ਵੀ ਤੁਸੀਂ ਕਹਿ ਲਓ ਗੱਲਬਾਤ ਹੁੰਦੀ ਹੀ ਨਹੀਂ ਰਾਈਟ ਆ। ਇਹ ਚੀਜ਼ਾਂ ਜਦੋਂ ਮੈਜੋਰਿਟੀ ਦੇ ਵਿੱਚ ਕੋਈ ਵੀ ਸਰਕਾਰ ਆਉਂਦੀ ਹੈ ਨਾ ਤਾਂ ਉਦੋਂ ਬਾਅਦ ਇਹ ਚੀਜ਼ਾਂ ਹੋਣ ਲੱਗ ਜਾਂਦੀਆਂ। ਜਿਵੇਂ ਹੁਣ ਮੈਜੋਰਿਟੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆ ਗਈ ਆਪੋਜੀਸ਼ਨ ਲਗਭਗ ਹੈ ਹੀ ਨਹੀਂ ਤਾਂ ਇੰਨੀਆਂ ਜ਼ਿਆਦਾ ਗਤੀਵਿਧੀਆਂ ਹੋ ਰਹੀਆਂ ਨਾ ਜਦੋਂ ਨਵੀਂ ਸਰਕਾਰ ਬਣਦੀ ਹੈ ਬਹੁਤ ਟਾਈਮ ਬਾਅਦ ਸਰਕਾਰ ਬਣਦੀ ਹੈ 10 ਸਾਲਾਂ ਬਾਅਦ ਆਬਵੀਅਸ ਗੱਲ ਹੈ। ਜੇਕਰ ਤੁਸੀਂ ਦੇਖੋ ਤਾਂ ਮੋਦੀ ਗਵਰਨਮੈਂਟ ਬਣੀ ਸੀ ਕਿਉਂਕਿ ਇੱਕੋ ਟਾਈਮ ਤੇ ਕਾਂਗਰਸ ਰਹੀ ਹੈ ਤੇ ਇੱਕੋ ਟਾਈਮ ਤੇ ਇੱਧਰ ਆਪਣੇ ਅਕਾਲੀ ਤੇ ਜਾਂ ਫਿਰ ਕਾਂਗਰਸ ਆਪਣੇ ਵੀ ਰਹੀ ਹੈ। ਸੋ ਇੱਕੋ ਦਮ ਬਦਲਾਅ ਆਇਆ ਤੇ ਬਹੁਤ ਸਾਰੀਆਂ ਯੋਜਨਾਵਾਂ ਬਹੁਤ ਸਾਰੀਆਂ ਗਤੀਵਿਧੀਆਂ ਨਵੀਂ ਸਰਕਾਰ ਵੱਲੋਂ ਕੀਤਾ ਜਾਂਦਾ ਤਾਂ ਕਿ ਲੋਕ ਆ ਜਿਹੜੇ ਉਹਨਾਂ ਨੂੰ ਜਾਣੂ ਹੋ ਜਾਣ ਉਹਨਾਂ ਤੋਂ। ਤਾਂ ਇਸੇ ਕਰਕੇ ਐਗਜ਼ਾਮ ਦੇ ਪੈਟਰਨ ਦੇ ਵਿੱਚ ਵੀ ਇਹ ਚੇਂਜ ਦੇਖਣ ਨੂੰ ਮਿਲ ਸਕਦਾ ਕਿਉਂਕਿ ਪੇਪਰ ਦੇ ਜ਼ਰੀਏ ਵੀ ਗਵਰਨਮੈਂਟ ਜੋ ਹੈ ਆਪਣੀ ਗਤੀਵਿਧੀਆਂ ਦੱਸਣ ਦੀ ਕੋਸ਼ਿਸ਼ ਕਰਦੇ ਵੀ ਅਸੀਂ ਪੰਜਾਬ ਦੇ ਵਿੱਚ ਇੰਨਾ ਕੁਝ ਕਰ ਰਹੇ ਹਾਂ। ਸੋ ਇਹ ਮੈਂ ਲੌਜਿਕ ਦੱਸਿਆ ਕਿ ਪੰਜਾਬ ਦੇ ਕਰੰਟ ਅਫੇਅਰ ਜਿਹੜੇ ਹੈਗੇ ਆਉਣ ਵਾਲੇ ਪੇਪਰਾਂ ਦੇ ਵਿੱਚ ਤੁਹਾਨੂੰ ਯਾਨੀ ਦੇਖਣ ਨੂੰ ਮਿਲ ਸਕਦੇ ਆ ਐਂਡ ਇਹ ਸਭ ਤੋਂ ਵੱਡਾ ਕੁਐਸਚਨ ਹੋ ਜਾਣਾ ਕਿ ਪੰਜਾਬ ਦੇ ਕਰੰਟ ਅਫੇਅਰ ਆਪਾਂ ਕਰੀਏ ਕਿਵੇਂ। ਸੋ ਅੱਜ ਮੈਂ ਪੰਜਾਬ ਦੇ ਕਰੰਟ ਅਫੇਅਰ ਦਾ ਪਹਿਲਾ ਐਪੀਸੋਡ ਲੈ ਕੇ ਆਇਆ। ਹਾਲਾਂਕਿ ਇੰਨੇ ਜ਼ਿਆਦਾ ਕਰੰਟ ਅਫੇਅਰ ਹਜੇ ਵੀ ਨਹੀਂ ਬਣਦੇ ਬਟ ਮੈਂ ਯਾਨੀ ਇੰਨੇ ਟਾਈਮ ਤੋਂ ਪੜ੍ਹਾਈ ਜਾਂਦਾ ਬਟ ਮੈਂ ਇਹ ਜ਼ਰੂਰ ਕਹਿ ਸਕਦਾ ਕਿ ਜੇਕਰ ਪਿਛਲੇ 10 ਸਾਲਾਂ ਦਾ ਤੇ ਇਸੇ ਸਾਲ ਦਾ ਸਿਰਫ ਕੰਪੈਰੀਜ਼ਨ ਦੇਖ ਲਿਆ ਜਾਵੇ ਤਾਂ ਬਹੁਤ ਫਰਕ ਹੈ ਕਿ ਹੁਣ ਆਪਾਂ ਪੰਜਾਬ ਦੇ ਕਰੰਟ ਅਫੇਅਰ ਨੂੰ ਪੜ੍ਹਨਾ ਸਿੱਖ ਲਈਏ ਤੇ ਪੜ੍ਹਨਾ ਚਾਹੀਦਾ ਵੀ ਉਹਦੇ ਨਾਲ ਹੋਰ ਨਹੀਂ ਆਪਾਂ ਨੂੰ ਘੱਟੋ ਘੱਟ ਪੰਜਾਬ ਦੇ ਵਿੱਚ ਜੋ ਗਤੀਵਿਧੀਆਂ ਹੋ ਰਹੀਆਂ ਉਹਨਾਂ ਦਾ ਪਤਾ ਲੱਗਦਾ ਰਹੂਗਾ। ਚਲੋ ਖੈਰ ਤਾਂ ਮੈਂ ਚੀਜ਼ਾਂ ਤੁਹਾਨੂੰ ਦੱਸਣੀਆਂ ਸੀ ਕਿਉਂਕਿ ਪੀਪੀਐਸਸੀ ਸੀਨੀਅਰ ਅਸਿਸਟੈਂਟ ਦਾ ਪੇਪਰ ਵੀ ਹੈ ਐਕਸਾਈਜ਼ ਇੰਸਪੈਕਟਰ ਵੀ ਹੈ ਜਾਂ ਬਹੁਤ ਸਾਰੇ ਹੋਰ ਪੇਪਰ ਹੈ। ਵਨ ਲਾਈਨਰ ਕੁਐਸਚਨ ਉੱਥੋਂ ਬਹੁਤ ਤਗੜੇ ਤਰੀਕੇ ਦੇ ਨਾਲ ਸਟੈਟਿਕ ਪੋਰਸ਼ਨ ਦੇ ਨਾਲ ਪੁੱਛੇ ਜਾ ਸਕਦੇ ਆ। ਸੋ ਆਪਾਂ ਸਾਰੇ ਕੁਐਸਚਨਾਂ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ। ਰੇਸ ਅਕੈਡਮੀ ਅਫੀਸ਼ੀਅਲ ਤੇ ਤੁਹਾਡਾ ਸਵਾਗਤ ਹੈ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਆਪਾਂ ਹੋਰ ਨਵੀਂ ਵੀਡੀਓਜ਼ ਇਸੇ ਤਰੀਕੇ ਦੇ ਨਾਲ ਲੈ ਕੇ ਆਉਂਦੇ ਰਹਾਂਗੇ ਕਰੰਟ ਅਫੇਅਰ ਤੇ। ਬਾਕੀ ਐਪਲੀਕੇਸ਼ਨ ਕਰ ਲਓ ਇੰਸਟਾਲ। ਬਹੁਤ ਸਾਰੇ ਕੋਰਸ ਮੈਂ ਨਵੇਂ ਲਾਂਚ ਕੀਤੇ ਨਵੇਂ ਸਿਰੇ ਤੋਂ ਰਾਈਟ। ਤੁਸੀਂ ਉਹਨਾਂ ਨੂੰ ਵੀ ਯਾਨੀ ਕਿ ਲੈ ਸਕਦੇ ਹੋ ਉਹਨਾਂ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਪਿਆ ਹੋਊਗਾ ਐਂਡ ਆਬਵੀਅਸ ਗੱਲ ਆ ਤੁਸੀਂ ਉਹ ਪਰਚੇਜ਼ ਵਗੈਰਾ ਕਰ ਸਕਦੇ ਹੋ ਐਪਲੀਕੇਸ਼ਨ ਇੰਸਟਾਲ ਕਰਕੇ। ਤਾਂ ਚਲੋ ਜ਼ਿਆਦਾ ਗੱਲਾਂ ਬਾਤਾਂ ਆਪਾਂ ਨਾ ਕਰਦੇ ਹੋਏ ਪੰਜਾਬ ਕਰੰਟ ਅਫੇਅਰ ਦੇ ਇਸ ਸੀਜ਼ਨ ਦੇ ਵਿੱਚ ਇਸ ਸੈਕਸ਼ਨ ਦੇ ਵਿੱਚ ਇਸ ਕੋਰਸ ਦੇ ਵਿੱਚ ਆਪਾਂ ਯਾਨੀ ਕਿ ਜਿਹੜਾ ਫ੍ਰੀ ਆਫ ਕਾਸਟ ਆਬਵੀਅਸ ਗੱਲ ਆ ਡੇਲੀ ਤੁਹਾਨੂੰ ਕਰੰਟ ਅਫੇਅਰ ਯਾਨੀ ਕਿ ਆਬਵੀਅਸ ਗੱਲ ਆ YouTube ਤੇ ਮਿਲ ਜਾਣਗੇ। ਤਾਂ ਇਸ ਸੈਸ਼ਨ ਦੇ ਵਿੱਚ ਆਪਾਂ ਸਟਾਰਟ ਕਰਦੇ ਹਾਂ। ਸੋ ਪੰਜਾਬ ਦੇ ਕਰੰਟ ਅਫੇਅਰ। ਸੋ ਸਭ ਤੋਂ ਪਹਿਲਾਂ ਜੇਕਰ ਮੈਂ ਪੰਜਾਬ ਦੇ ਨਾਲ ਮੈਂ MCQ ਵੀ ਕਰਵਾਉਂਗਾ ਸੋ ਡੂ ਨਾਟ ਵਰੀ ਤੁਹਾਨੂੰ ਮੇਰੇ ਪੜਾਉਣ ਦਾ ਤਰੀਕਾ ਪਤਾ। ਸਭ ਤੋਂ ਪਹਿਲਾਂ ਜੇਕਰ ਮੈਂ ਗੱਲ ਕਰਾਂ ਤਾਂ MG ਸਿਪਾ ਇਹ ਸੈਂਟਰ ਲੈਵਲ ਦੇ ਪੁਆਇੰਟ ਆਫ ਤੋਂ ਵੀ ਜ਼ਰੂਰੀ ਹੈ। ਇਹਦੀ ਫੁੱਲ ਫਾਰਮ ਬਹੁਤ ਜ਼ਰੂਰੀ ਹੈ। MG ਤੋਂ ਮਹਾਤਮਾ ਗਾਂਧੀ ਹੈ SIPA MG ਸਿਪਾ ਹੈ ਕਿ ਇਹ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਰਾਈਟ ਆ। ਸੋ ਇਹ ਫੁੱਲ ਫਾਰਮ ਤੁਸੀਂ ਜ਼ਰੂਰ ਯਾਦ ਰੱਖਣੀ ਪੇਪਰ ਦੇ ਵਿੱਚ ਆ ਸਕਦੀ ਹੈ। ਬੇਸਿਕਲੀ ਪਹਿਲਾਂ ਮੈਂ ਓਵਰਵਿਊ ਦੱਸ ਦੇਣਾ ਕਿ ਅਸਲ ਦੇ ਵਿੱਚ ਖਬਰ ਇਹ ਆ ਜੋ ਮੇਨ ਸਟ੍ਰੀਮਿੰਗ ਫੈਮਿਲੀਜ਼ ਯਾਨੀ ਕ੍ਰੀਏਟਿੰਗ ਐਫੀਸ਼ੀਐਂਟ ਫੈਮਿਲੀ ਬੇਸਡ ਬੈਨੀਫਿਟਸ ਡਿਲੀਵਰੀ ਇਨ ਇੰਡੀਆ ਇਹ ਭਗਵੰਤ ਮਾਨ CM ਸਾਹਿਬ ਜੋ ਆਪਣੇ ਹੈਗੇ ਆ ਉਹਨਾਂ ਦਾ ਸੁਪਨਾ ਗਾ ਕਿ 100% ਗਵਰਨੈਂਸ ਨੂੰ ਐਸਾ ਬਣਾਇਆ ਜਾਵੇ ਕਿ ਸਰਕਾਰ ਲੋਕਾਂ ਤੱਕ ਯਾਨੀ ਪਹੁੰਚਦੀ ਹੋ ਜਾਵੇ। ਸਰਕਾਰੀ ਸਹੂਲਤਾਂ ਹੋ ਗਈਆਂ ਜਿਵੇਂ ਆਪਾਂ ਆਮ ਤੌਰ ਤੇ ਤੁਸੀਂ ਭਗਵੰਤ ਮਾਨ ਦੀ ਸਪੀਚ ਦੇ ਵਿੱਚ ਸੁਣਦੇ ਹੋਵੋਗੇ ਕਿ ਉਹ ਆਮ ਤੌਰ ਤੇ ਇਹ ਚੀਜ਼ ਕਹਿੰਦੇ ਆ ਕਿ ਅਸੀਂ ਪਿੰਡਾਂ ਵੱਲ ਨੂੰ ਆਵਾਂਗੇ ਤੁਸੀਂ ਚੰਡੀਗੜ੍ਹ ਨਹੀਂ ਆਉਣਾ ਰਾਈਟ ਆ। ਇਹ ਕਹਿੰਦੇ ਤੁਸੀਂ ਆਮ ਤੌਰ ਤੇ ਸੁਣਿਆ ਹੋਊਗਾ। ਸੋ ਬੇਸਿਕਲੀ ਉਸੇ ਪਰਪਸ ਤੋਂ ਹੀ ਇਹ ਪੰਜਾਬ ਤੇ ਹੋਰ 3-4 ਸਟੇਟਾਂ ਸੀਗੀਆਂ ਜਿਨ੍ਹਾਂ ਨੇ ਮਿਲ ਕੇ ਇਹ ਬੇਸਿਕਲੀ ਇੱਕ ਪਾਰਟਨਰਸ਼ਿਪ ਕੀਤੀ ਆ। ਸੋ ਕੁਐਸਚਨ ਕੀ ਪੁੱਛਿਆ ਜਾ ਸਕਦਾ ਉਹ ਤਾਂ ਆਪਾਂ ਕਰਾਂਗੇ ਐਂਡ ਵਾਲੇ ਸੈਸ਼ਨ ਦੇ ਵਿੱਚ ਤੁਸੀਂ ਕੁਐਸਚਨ ਦੇ ਆਨਸਰ ਸਾਰੇ ਲਾ ਦੋਗੇ ਪਰ ਇੱਕ ਵਾਰੀ ਧਿਆਨ ਦੇ ਨਾਲ ਇਸ ਨੂੰ ਸਮਝਣਾਗਾ ਕਿ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਐਂਡ ਕਿਹੜਾ ਡਿਪਾਰਟਮੈਂਟ ਹੈ
ਗਵਰਨੈਂਸ ਰਿਫਾਰਮਸ ਐਂਡ ਪਬਲਿਕ ਗ੍ਰੀਵੈਂਸ ਡਿਪਾਰਟਮੈਂਟ। ਆਪਾਂ ਗ੍ਰੀਵੈਂਸ ਯਾਨੀ ਗ੍ਰੀਵੈਂਸ ਵਗੈਰਾ ਪਾਉਣੇ ਆ, ਆਪਾਂ ਜੋ ਆਪਣੀਆਂ ਪ੍ਰੋਬਲਮਸ ਆ ਉਹ ਦੱਸਦੇ ਆ। ਸੋ ਉਹ ਡਿਪਾਰਟਮੈਂਟ ਗਵਰਨੈਂਸ ਰਿਫਾਰਮਸ ਐਂਡ ਪਬਲਿਕ ਗ੍ਰੀਵੈਂਸ ਡਿਪਾਰਟਮੈਂਟ, ਇਹਨਾਂ ਦੋਨਾਂ ਨੇ ਮਿਲ ਕੇ ਪੰਜਾਬ ਇਨ ਐਸੋਸੀਏਸ਼ਨ ਵਿਦ ਪ੍ਰਾਈਮਸ ਪਾਰਟਨਰਸ। ਪ੍ਰਾਈਮਸ ਪਾਰਟਨਰਸ ਇੱਕ ਆਰਗੇਨਾਈਜੇਸ਼ਨ ਹੈ, ਇਹਦੇ ਨਾਲ ਇਹਨਾਂ ਨੇ ਇੱਕ ਐਸੋਸੀਏਸ਼ਨ ਕੀਤੀ ਹੈ ਕਿ ਆਪਾਂ ਮੇਨ ਸਟ੍ਰੀਮਿੰਗ ਫੈਮਿਲੀਜ਼ ਕ੍ਰੀਏਟਿੰਗ ਐਫੀਸ਼ੀਐਂਟ ਫੈਮਿਲੀ ਬੇਸਡ ਬੈਨੀਫਿਟ ਡਿਲੀਵਰੀ ਇਨ ਇੰਡੀਆ। ਯਾਨੀ ਜੋ ਸਰਕਾਰੀ ਸਹੂਲਤਾਂ, ਜੋ ਸਰਕਾਰੀ ਬੈਨੀਫਿਟਸ ਆ, ਉਹ ਲੋਕਾਂ ਦੇ ਘਰਾਂ ਤੱਕ ਡਿਲੀਵਰੀ ਹੋ ਜਾਵੇ, ਯਾਨੀ ਲੋਕਾਂ ਨੂੰ ਆਫਿਸ ਟੂ ਆਫਿਸ ਨਾ ਆਉਣਾ ਪਵੇ, ਲੋਕਾਂ ਤੱਕ ਉਹ ਚੀਜ਼ਾਂ ਆਪਣੇ ਆਪ ਪਹੁੰਚ ਜਾਣ, ਇਸ ਤਰੀਕੇ ਦੇ ਨਾਲ ਉਹਨੂੰ ਬਣਾਇਆ ਜਾਵੇ। ਸੋ ਇਹ ਕੁਐਸਚਨ ਕਿਵੇਂ ਪੁੱਛਿਆ ਜਾ ਸਕਦਾ ਕਿ ਕਿੰਨਾ ਨੇ ਇਹ ਐਸੋਸੀਏਟ ਕੀਤਾਗਾ? ਮਹਾਤਮਾ ਗਾਂਧੀ ਸਿਪਾ ਯਾਨੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਐਂਡ ਡਿਪਾਰਟਮੈਂਟ ਕਿਹੜਾ ਗਾ? ਗਵਰਨੈਂਸ ਰਿਫਾਰਮਸ ਐਂਡ ਪਬਲਿਕ ਗ੍ਰੀਵੈਂਸ ਡਿਪਾਰਟਮੈਂਟ। ਤੇ ਕਿਹਦੇ ਨਾਲ ਐਸੋਸੀਏਸ਼ਨ ਹੋਈ ਆ? ਪ੍ਰਾਈਮਸ ਪਾਰਟਨਰਸ ਦੇ ਨਾਲ ਇਹ ਐਸੋਸੀਏਸ਼ਨ ਹੋਈ ਆ। ਸੋ ਮੇਰੇ ਹਿਸਾਬ ਦੇ ਨਾਲ ਤੁਸੀਂ ਇਹ ਸਮਝ ਗਏ ਹੋ ਕਿ ਬਹੁਤ ਹੀ ਵਧੀਆ ਉਪਰਾਲਾ ਹੈ, ਰਾਈਟ। ਸੋ ਇਹ ਕਰੰਟ ਅਫੇਅਰ ਦੇ ਵਿੱਚ ਆ ਸਕਦਾ ਕੁਐਸਚਨ, ਆਪਾਂ ਕਰਾਂਗੇ ਜ਼ਰੂਰ। ਸੈਕੰਡ, ਆਪਾਂ ਕਰੰਟ ਅਫੇਅਰ ਦੀ ਜੇਕਰ ਗੱਲ ਕਰੀਏ ਤਾਂ ਪੰਜਾਬੀ ਦੇ ਵਿੱਚ ਵੀ ਲਿਖਿਆ, ਇੰਗਲਿਸ਼ ਦੇ ਵਿੱਚ ਵੀ ਲਿਖਿਆ। ਜੋ ਪੰਜਾਬੀ ਦੇ ਵਿੱਚ ਸੌਖਾ ਲੱਗਦਾ ਉਹ ਮੈਂ ਇਸ ਕਰਕੇ ਪੰਜਾਬੀ ਦੇ ਵਿੱਚ ਲੈ ਲਿਆ, ਕਿਉਂਕਿ ਕਾਫੀ ਸਟੂਡੈਂਟ ਆ ਜਿਹੜੇ ਪੰਜਾਬ, ਓਬਵੀਅਸ ਗੱਲ ਆਪਾਂ ਪੰਜਾਬ ਦੇ ਆ, ਸੋ ਆਪਾਂ ਨੂੰ ਵਧੀਆ ਲੱਗੂਗਾ। ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਪੈਟਰੋਲੀਅਮ ਮੰਤਰੀ ਕਿਹੜੇ? ਆਪਣੇ ਹਰਦੀਪ ਸਿੰਘ ਪੁਰੀ, ਰਾਈਟ। ਇਹਨਾਂ ਦੇ ਨਾਲ ਮਿਲ ਕੇ ਬੇਸਿਕਲੀ ਸੰਗਰੂਰ ਦੇ ਵਿੱਚ ਆਪਣਾ ਸਭ ਤੋਂ ਇੰਡੀਆ ਦਾ ਵੱਡਾ ਜਿਹੜਾ ਹੈਗਾ ਬਾਇਓਗੈਸ ਲਗਾਇਆ, CNG। ਸੋ ਉਸੇ ਦੀ ਗੱਲਬਾਤ ਹੋ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਪੈਟਰੋਲੀਅਮ ਹਰਦੀਪ ਸਿੰਘ ਪੁਰੀ ਦੇ ਨਾਲ ਮਿਲ ਕੇ 20 ਏਕੜ ਰਕਬੇ ਵਿੱਚ 230 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੇ ਦੇਸ਼ ਦੇ ਸਭ ਤੋਂ ਵੱਡੇ ਬਾਇਓ એનર્ਜੀ ਪਲਾਂਟ, ਯਾਨੀ ਸਭ ਤੋਂ ਵੱਡਾ ਦੇਸ਼ ਦਾ ਬਾਇਓ એનર્ਜੀ ਪਲਾਂਟ ਪੰਜਾਬ ਦਾ ਪਹਿਲਾ, ਤੁਸੀਂ ਕਹਿ ਸਕਦੇ ਹੋ, ਉਹ ਸਮਰਪਿਤ ਕੀਤਾ ਗਿਆ ਲੋਕਾਂ ਨੂੰ। ਸੂਬੇ ਲਈ ਇਤਿਹਾਸਕ ਦਿਨ ਕਰਾਰ ਦਿੱਤੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਾਈ ਇਹ ਸਟਬਲ ਬਰਨਿੰਗ ਜਿਹੜੀ ਹੈਗੀ ਆ ਉਹਦੇ ਵਾਸਤੇ ਬਹੁਤ ਫਾਇਦੇਮੰਦ ਹੋਊਗਾ। ਜੋ ਆਪਾਂ ਬੇਸਿਕਲੀ ਝੋਨੇ ਨੂੰ ਉਸ ਤੋਂ ਬਾਅਦ ਸਾੜ ਦਿੱਤਾ ਜਾਂਦਾ ਹੈ ਨਾ, ਸੋ ਬੇਸਿਕਲੀ ਸਟਬਲ ਬਰਨਿੰਗ ਤੁਸੀਂ ਸਮਝਦੇ ਹੋਗੇ, ਉਸ ਨੂੰ ਰੋਕਣ ਦੇ ਲਈ ਇਹ ਚੀਜ਼ਾਂ ਕੀਤੀਆਂ ਗਈਆਂ। ਯਾਨੀ ਆ ਦੇਖੋ ਲਿਖਿਆ ਹੋਇਆ, ਜੋ ਪਰਾਲੀ ਸਾੜਨ ਦੀ ਸਮੱਸਿਆ ਨੂੰ ਹੱਲ ਕਰਨ ਦਾ ਇੱਕ ਵਧੀਆ ਤਰੀਕਾ ਹੈ। ਹੁਣ ਕੁਐਸਚਨ ਕੀ ਪੁੱਛਿਆ ਜਾ ਸਕਦਾ ਕਿ ਇਹ ਬੇਸਿਕਲੀ ਓਪਨ ਕਿੱਥੇ ਹੋਇਆ, ਇਨੈਗੋਰੇਟ ਕਿੱਥੇ ਕੀਤਾ ਗਿਆ? ਇਹ ਕੀਤਾ ਗਿਆ ਸੰਗਰੂਰ ਜ਼ਿਲ੍ਹੇ ਦੇ ਵਿੱਚ, ਰਾਈਟ। ਸੋ ਉਹਨਾਂ ਕਿਹਾ ਕਿ ਵਰਬੀਓ ਗਰੁੱਪ ਦਾ ਸੂਬੇ ਨਾਲ ਮਜ਼ਬੂਤ ਰਿਸ਼ਤਾ ਹੈ, ਯਾਨੀ ਕਿ ਜਿਹੜਾ ਇਹ ਪੂਰਾ ਪ੍ਰੋਜੈਕਟ ਲਗਾਇਆ ਗਿਆ, ਇਹ ਇੱਕ ਕੰਪਨੀ ਦੇ ਨਾਲ ਟਾਈ ਅਪ ਕੀਤਾ। ਉਸ ਕੰਪਨੀ ਦਾ ਨਾਮ ਕੀ ਆ? ਵਰਬੀਓ ਇੱਕ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਹੈ ਜਿਹਦੇ ਨਾਲ ਇਹ ਟਾਈ ਅਪ ਕੀਤਾ ਗਿਆ। ਐਂਡ ਇੰਡੀਆ ਦਾ ਸਭ ਤੋਂ ਵੱਡਾ, ਦੇਸ਼ ਦਾ ਸਭ ਤੋਂ ਵੱਡਾ ਬਾਇਓ એનર્ਜੀ ਪਲਾਂਟ ਸੰਗਰੂਰ ਵਿਖੇ ਲਗਾਇਆ ਜਾਵੇਗਾ, ਰਾਈਟ। ਸੋ ਇਹ ਬਾਕੀ ਇਹਦੀ ਕੈਪੈਸਿਟੀ ਪੁੱਛੀ ਜਾ ਸਕਦੀ ਆ, ਇੱਕ ਦਿਨ ਦੇ ਵਿੱਚ ਯਾਨੀ 80,000 ਕਿਊਬਿਕ ਮੀਟਰ ਪ੍ਰਤੀ ਦਿਨ ਦੀ ਸਮਰੱਥਾ ਇਹ ਰੱਖਦਾ ਕਿ ਯਾਨੀ ਜਿਹੜੀ ਇਹ ਪੈਦਾਵਾਰ ਕਰ ਸਕਦਾ ਹੈਗਾ ਬਾਇਓਗੈਸ ਦੀ, ਰਾਈਟ। 80,000 ਮੀਟਰ ਕਿਊਬ ਪਰ ਡੇ, ਰਾਈਟ। ਇਹ ਤੁਸੀਂ ਯਾਦ ਰੱਖਣਾ, ਇਹੋ ਜਿਹਾ ਕੁਝ ਪੁੱਛਿਆ ਜਾ ਸਕਦਾ। ਸੋ ਦੇਸ਼ ਦਾ ਸਭ ਤੋਂ ਵੱਡਾ ਕਿੱਥੇ ਹੋ ਗਿਆ? ਸੰਗਰੂਰ ਦੇ ਵਿੱਚ ਹੋ ਗਿਆ। ਇੰਡੀਆ ਦਾ ਸਭ ਤੋਂ ਵੱਡਾ, ਰਾਈਟ। ਕਿਹਦੇ ਨਾਲ ਮਿਲ ਕੇ ਕੀਤਾ ਗਿਆ? ਇਹ ਵਰਬੀਓ ਗਰੁੱਪ ਯਾਨੀ ਵਰਬੀਓ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਨਾਲ ਕੀਤਾ ਗਿਆ। ਐਂਡ ਭਗਵੰਤ ਮਾਨ ਦਾ ਯਾਨੀ ਜੋ ਇਨੈਗੋਰੇਸ਼ਨ ਕੀਤਾ ਭਗਵੰਤ ਮਾਨ ਦੇ ਨਾਲ, ਉਹ ਕਿਹਨਾਂ ਨੇ ਕੀਤਾ ਗਾ? ਆਪਣੇ ਜਿਹੜੇ ਯੂਨੀਅਨ ਪੈਟਰੋਲੀਅਮ ਮਿਨਿਸਟਰ, ਕੀ ਨਾਮ ਆ? ਹਰਦੀਪ ਸਿੰਘ ਪੁਰੀ। ਇਹ ਤੁਸੀਂ ਯਾਦ ਰੱਖਣਾਗਾ। ਐਂਡ ਕਿੰਨੇ ਰੁਪਏ ਦੀ ਇਹ ਲਾਗਤ ਹੈ? 230 ਕਰੋੜ ਰੁਪਏ ਦੀ ਇਹ ਲਾਗਤ ਹੈ। ਕਿੰਨੇ ਏਰੀਏ ਦੇ ਵਿੱਚ ਆ? 20 ਏਕੜ ਰਕਬਾ, ਰਾਈਟ। ਸੋ ਇਹ ਸਾਰਾ ਕੁਝ ਅੱਜ ਕੱਲ੍ਹ ਪੁੱਛਿਆ ਜਾਂਦਾ ਹੈ, ਇਸੇ ਕਰਕੇ ਕਹਿੰਦਾ ਕਿ ਸਭ ਤੋਂ ਚੀਜ਼ਾਂ ਇੰਪੋਰਟੈਂਟ ਬਣ ਜਾਂਦੀਆਂ, ਰਾਈਟ। ਸੋ ਆ ਸਾਰਾ ਕੁਝ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਕਿ CM ਭਗਵੰਤ ਮਾਨ ਅਲੋਂਗ ਵਿਦ ਦਾ ਯੂਨੀਅਨ ਪੈਟਰੋਲੀਅਮ ਜੋ ਆਪਣੇ ਮਿਨਿਸਟਰ ਹੈ ਹਰਦੀਪ ਸਿੰਘ ਪੁਰੀ 230 ਕਰੋੜ 20 ਏਕੜ, ਆ ਸਾਰੀਆਂ ਚੀਜ਼ਾਂ ਤੁਸੀਂ ਯਾਦ ਰੱਖਣੀਆਂ। ਜੋ ਮੈਂ ਇਹਨਾਂ ਨੂੰ ਅੰਡਰਲਾਈਨ ਕਰਤਾ। 80,000 ਮੀਟਰ ਕਿਊਬ ਪਰ ਡੇ ਕੈਪੈਸਿਟੀ ਹੈ ਜਿਹੜੀ ਕਿ ਬਾਇਓਗੈਸ ਪ੍ਰੋਡਿਊਸ ਕਰੂਗਾ ਤੇ ਸਟੇਬਲ ਬਰਨਿੰਗ ਵਾਸਤੇ ਇਹ ਯੂਜ਼ਫੁਲ ਹੋਊਗਾ। ਇਹ ਵੀ ਪੁੱਛਿਆ ਜਾ ਸਕਦਾ ਕਿ ਬਾਇਓਗੈਸ ਪਲਾਂਟ ਜਿਹੜਾ ਲੱਗਿਆ ਬੇਸਿਕਲੀ ਉਹਦਾ ਯੂਜ਼ ਕੀ ਆ, ਉਹ ਯਾਨੀ ਕਿ ਉਹ ਕਿਸ ਵਾਸਤੇ ਆਪਾਂ ਨੂੰ ਬੈਨੀਫੀਸ਼ੀਅਲ ਰਹੂਗਾ? ਸਟੇਬਲ ਬਰਨਿੰਗ ਵਾਸਤੇ ਉਹ ਬੈਨੀਫੀਸ਼ੀਅਲ ਰਹੂਗਾ। ਉਸ ਦੀ ਜਿਹੜੀ ਸਟੇਬਲ ਬਰਨਿੰਗ ਦੀ ਬੇਸਿਕਲੀ ਜਿਹੜੀ ਪ੍ਰੋਬਲਮ ਆ ਉਸ ਨੂੰ ਘਟਾਊਗਾ, ਉਸ ਨੂੰ ਸੋਲਵ ਕਰੂਗਾ, ਰਾਈਟ। ਇਸ ਤੋਂ ਬਾਅਦ ਆਪਾਂ ਅਗਲੀ ਖਬਰ ਤੱਕ ਵਧੀਆ। ਤਾਂ ਪਹਿਲਾਂ ਆਹ ਸ਼ਕਲਾਂ ਤੋਂ ਵੀ ਤੁਸੀਂ ਯਾਦ ਰੱਖਣਾ, ਯਾਨੀ ਕਿ ਸਟਾਰਟ ਕਰਿਓ ਕਿ ਆਪਣੇ ਮੰਤਰੀਆਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਮਿਨਿਸਟਰੀ ਤੋਂ ਵੀ ਕੁਐਸਚਨ ਵਗੈਰਾ ਪੁੱਛ ਲਏ ਜਾਂਦੇ। ਹਰਪਾਲ ਸਿੰਘ ਚੀਮਾ। ਸੋ ਬੇਸਿਕਲੀ ਜੋ ਲੰਪੀ ਸਕਿਨ ਬਿਮਾਰੀ ਆਈ ਹੈ, ਜਿਹਨੂੰ ਆਪਾਂ ਲੰਪੀ ਸਕਿਨ ਡਿਜ਼ੀਜ਼ ਕਹਿ ਦਿੰਦੇ ਯਾਨੀ LSD, ਉਹਦਾ ਰਿਵਿਊ ਲੈਂਦੇ ਹੋਏ, ਕਿਉਂਕਿ ਆਪਣੇ ਪਸ਼ੂ ਮੇਲੇ ਬਹੁਤ ਹੁੰਦੇ ਆ, ਹੈ ਨਾ, ਪਸ਼ੂ ਮੇਲੇ ਬਹੁਤ ਹੁੰਦੇ ਜਿਹਨੂੰ ਆਪਾਂ ਕੈਟਲ ਫੇਅਰ ਕਹਿ ਦਿੰਦੇ ਬੇਸਿਕਲੀ।
ਉਹਨਾਂ ਫੇਅਰ ਦੇ ਵਿੱਚ ਜੋ ਹੁਣ ਪਸ਼ੂ ਆਉਣਗੇ ਉਹਨਾਂ ਦਾ ਟੀਕਾਕਰਨ ਹੋਣਾ ਜ਼ਰੂਰੀ ਹੈ। ਸੋ ਪੁੱਛਿਆ ਜਾ ਸਕਦਾ ਕਿਹੜੇ ਯਾਨੀ ਸਟੇਟ ਦੇ ਵਿੱਚ ਜੋ ਲੰਪੀ ਸਕਿਨ ਡਿਜ਼ੀਜ਼ ਕਰਕੇ ਟੀਕਾਕਰਨ ਜ਼ਰੂਰੀ ਕੀਤਾ, ਵੈਕਸੀਨੇਸ਼ਨ ਜ਼ਰੂਰੀ ਕੀਤੀ ਹੈ ਕੈਟਲ ਫੇਅਰ ਵਾਸਤੇ, ਕਿਉਂਕਿ ਪਸ਼ੂਆਂ ਦੇ ਮੇਲੇ ਹੁੰਦੇ ਤਾਂ ਉੱਥੇ ਪਸ਼ੂ ਜਾਣਗੇ ਤਾਂ ਫਿਰ ਜੇਕਰ ਬਿਮਾਰੀ ਹੋਊਗੀ ਤਾਂ ਬਿਮਾਰੀ ਫੈਲਣ ਦਾ ਯਾਨੀ ਖਤਰਾ ਰਹੂਗਾ। ਸੋ ਟੀਕਾਕਰਨ ਕੀਤਾ ਹੋਣਾ ਲਾਜ਼ਮੀ ਹੈ ਤੇ ਟੀਕਾਕਰਨ ਦਾ ਜਿਹੜਾ ਉਹ ਸਰਟੀਫਿਕੇਟ ਲੈ ਕੇ ਆਉਣਗੇ, ਰਾਈਟ। ਜਿਨ੍ਹਾਂ ਨੇ ਪਾਰਟਿਸਿਪੇਟ ਕਰਨਾਗਾ, ਦੇਖੋ ਹੁਣ ਕਿਹੋ ਜਿਹੇ ਦਿਨ ਆ ਗਏ ਕਿ ਜਦੋਂ ਆਪਾਂ ਜਾਂਦੇ ਆਪਾਂ ਨੂੰ ਵੀ ਕੋਵਿਡ ਦਾ ਸਰਟੀਫਿਕੇਟ ਚਾਹੀਦਾ ਤੇ ਹੁਣ ਪਸ਼ੂਆਂ ਨੂੰ ਵੀ ਸਰਟੀਫਿਕੇਟ ਚਾਹੀਦਾ ਕਿ ਭਾਈ ਟੀਕਾਕਰਨ ਪਸ਼ੂ ਦਾ ਹੋ ਰੱਖਿਆ। ਇਸੇ ਕਰਕੇ ਉਹ ਜੋ ਪਸ਼ੂ ਪਾਲਣ ਵਿਭਾਗ ਨੂੰ ਲੰਪੀ ਸਕਿਨ ਬਿਮਾਰੀ ਬਾਰੇ ਜੋ ਨਵੇਂ ਨਿਰਦੇਸ਼ ਵਗੈਰਾ ਸਾਰੇ ਦਿੱਤੇ ਆ ਤੇ ਅੰਤਰਰਾਜੀ ਆਵਾਜਾਈ ਤੇ ਪਸ਼ੂ ਮੇਲੇ ਕਰਵਾਉਣ ਵਾਸਤੇ ਇਹ ਜ਼ਰੂਰੀ ਹੈ। ਸੋ ਪੁੱਛਿਆ ਜਾ ਸਕਦਾ ਭਾਈ ਕਿਹੜੀ ਸਟੇਟ ਦੇ ਵਿੱਚ ਇਹ ਹੋਇਆ ਐਂਡ ਕੀਤਾ ਕਿੰਨਾ ਨੇ? ਇਹ 3 ਮੈਂਬਰਾਂ ਦੀ ਟੀਮ ਸੀਗੀ, ਜਿਹੜੇ ਕਿ ਭਾਈ ਹਰਪਾਲ ਸਿੰਘ ਚੀਮਾ ਤੁਹਾਨੂੰ ਦਿਖ ਰਹੇ ਆ, ਕੁਲਦੀਪ ਸਿੰਘ ਢਾਲੀਵਾਲ ਤੇ ਲਾਲਜੀਤ ਸਿੰਘ ਭੁੱਲਰ, ਜਿਹੜੇ ਕਿ ਇਸ ਯਾਨੀ ਕਿ ਗਰੁੱਪ ਸੀਗਾ ਉਹਦੇ ਮੈਂਬਰ ਹੈ, ਰਾਈਟ। ਸੋ ਇਹ ਕਾਫੀ ਇੰਪੋਰਟੈਂਟ ਹੈ। ਬਸ ਮੇਨ ਇੱਥੇ ਜ਼ਰੂਰੀ ਕੀ ਆ ਕਿ ਕਿਹੜੀ ਸਟੇਟ ਦੇ ਵਿੱਚ ਸਰਟੀਫਿਕੇਸ਼ਨ ਵੈਕਸੀਨੇਸ਼ਨ ਸਰਟੀਫਿਕੇਸ਼ਨ ਜ਼ਰੂਰੀ ਕੀਤਾਗਾ ਜੋ ਰਿਵਿਊ ਹੈ LSD ਦਾ ਯਾਨੀ ਲੰਪੀ ਸਕਿਨ ਡਿਜ਼ੀਜ਼ ਦਾ। ਸਮਝ ਲੱਗੀ ਭਾਈ। ਸੋ ਅਗਲੇ ਆਪਾਂ ਕਰੰਟ ਅਫੇਅਰ ਤੇ ਆਉਣੇ ਆ। ਅਗਲਾ ਕਰੰਟ ਅਫੇਅਰ ਕੀ ਆ? ਕਹਿੰਦਾ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਮੰਤਰੀ ਜਿਹੜੇ ਡਾਕਟਰ ਬਲਜੀਤ ਕੌਰ ਆ, ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ, ਹੁਣ ਜੇਕਰ ਤੁਸੀਂ ਆਸ਼ੀਰਵਾਦ ਸਕੀਮ ਨੂੰ ਸੁਣਿਆ ਤਾਂ ਬਹੁਤ ਵਧੀਆ, ਨਹੀਂ ਤੁਸੀਂ ਸ਼ਗੁਨ ਸਕੀਮ ਨੂੰ ਪੱਕਾ ਸੁਣਿਆ ਹੋਊਗਾ, ਜਿਹੜੀ ਕਿ ਗਰਲਜ਼ ਯਾਨੀ ਕਿ ਕੁੜੀਆਂ ਦੇ ਯਾਨੀ ਕਿ ਜੋ ਵਿਆਹ ਪਰਪਸ ਤੋਂ ਕਹਿ ਲਓ ਯਾਨੀ ਕਿ ਉਸ ਵਾਸਤੇ ਉਹ ਸਕੀਮ ਇੱਕ ਆਈ ਸੀ, ਰਾਈਟ। ਸੋ ਆਸ਼ੀਰਵਾਦ ਸਕੀਮ ਤਹਿਤ 25,399 ਜਿਹੜੇ ਲਾਭਪਾਤਰੀਆਂ ਨੂੰ ਚਾਲੂ ਵਰੇ ਕਹਿੰਦੇ 129.29 ਕਰੋੜ ਰੁਪਈਆ ਸੈਂਕਸ਼ਨ ਹੋ ਚੁੱਕਿਆ ਯਾਨੀ ਦੇ ਚੁੱਕੇ ਆ। ਕੁਐਸਚਨ ਕੀ ਆਊਗਾ ਵੀ ਬਜਟ ਦੇ ਵਿੱਚ ਇਸ ਆਸ਼ੀਰਵਾਦ ਸਕੀਮ ਦੇ ਵਿੱਚ ਪੈਸਾ ਕਿੰਨਾ ਯਾਨੀ ਸੈਂਕਸ਼ਨ ਕੀਤਾ ਗਿਆ ਵੀ ਇੰਨਾ ਪੈਸਾ ਆਪਾਂ ਲਾਉਣਾ, ਇੰਨਾ ਪੈਸਾ ਆਪਾਂ ਦੇਣਾ, ਰਾਈਟ। ਤਾਂ ਉਹ ਕਿੰਨਾ ਗਾ ਜੀ 161.31 ਕਰੋੜ, ਜਿਹਦੇ ਵਿੱਚੋਂ 129.29 ਕਰੋੜ ਕਹਿੰਦੇ ਅਸੀਂ ਡਿਸਟਰੀਬਿਊਟ ਕਰ ਚੁੱਕੇ ਹਾਂ। ਸੋ ਪੰਜਾਬ ਗਵਰਨਮੈਂਟ ਹੈਜ਼ ਡਿਸਟਰੀਬਿਊਟਡ, ਇਹ ਤਾਂ ਨਹੀਂ ਆਊਗਾ ਵੀ ਕਿੰਨਾ ਡਿਸਟਰੀਬਿਊਟ ਕਿਉਂਕਿ ਇਹ ਤਾਂ ਵਾਧਾ ਰਹੂਗਾ, ਹਜੇ ਦਿੰਦੇ ਆ, ਰਾਈਟ। ਬਟ ਇਹ ਅਨਾਊਂਸਮੈਂਟ ਕੀਤੀ ਹੈ ਕਿ ਆਸ਼ੀਰਵਾਦ ਸਕੀਮ ਤਹਿਤ ਜੋ 161.31 ਕਰੋੜ ਦਾ ਵਾਅਦਾ ਕੀਤਾ ਸੀ ਯਾਨੀ ਅਸੀਂ ਕਰਾਂਗੇ ਤਾਂ 129.29 ਕਰੋੜ ਅਸੀਂ ਦੇ ਚੁੱਕੇ ਹਾਂ। ਸੋ ਪੁੱਛਿਆ ਜਾ ਸਕਦਾ ਵੀ ਕਿੰਨਾ ਬਜਟ ਦੇ ਵਿੱਚ ਯਾਨੀ ਕਿ 161.31 ਕਰੋੜ ਆ ਉਹ ਇਸ ਸਕੀਮ ਦੇ ਤਹਿਤ ਜਿਹੜਾ ਕਿ ਪ੍ਰੋਮਿਸ ਕੀਤਾ ਗਿਆ ਸੀ। ਤੇ ਇਹਦੇ ਜੋ ਆਪਣੇ ਸੋਸ਼ਲ ਜਸਟਿਸ ਇੰਪਾਵਰਮੈਂਟ ਐਂਡ ਮਾਈਨੋਰਿਟੀ ਮਿਨਿਸਟਰ ਹੈ ਉਹ ਕੌਣ ਹੈ? ਡਾਕਟਰ ਬਲਜੀਤ ਕੌਰ। ਸੋ ਆਹ ਤੁਸੀਂ ਜ਼ਰੂਰ ਯਾਦ ਰੱਖਣਾ ਹੈ। ਸੋ ਸਮਝ ਲੱਗੀ ਨਾ ਭਾਈ। ਸੋ ਕਾਫੀ ਇੰਪੋਰਟੈਂਟ ਹੈ। ਤੇ ਜੇ ਪੁੱਛਿਆ ਜਾਵੇ ਕਿ ਆਸ਼ੀਰਵਾਦ ਸਕੀਮ ਦਾ ਪਹਿਲਾ ਨਾਮ ਕੀ ਸੀ ਤਾਂ ਤੁਸੀਂ ਜ਼ਰੂਰ ਯਾਦ ਰੱਖਣਾ ਕਿ ਕੀ ਨਾਮ ਸੀ? ਸ਼ਗੁਨ ਸਕੀਮ, ਰਾਈਟ। ਸ਼ਗੁਨ ਸਕੀਮ। ਸੋ ਇਹ ਕਾਫੀ ਚੀਜ਼ਾਂ ਇੰਪੋਰਟੈਂਟ ਬਣਦੀਆਂ, ਰਾਈਟ। ਇਸ ਤੋਂ ਬਾਅਦ ਆ ਗਿਆ ਕਹਿੰਦਾ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਪੂਰੇ ਨਵੰਬਰ ਮਹੀਨੇ ਨੂੰ ਪੰਜਾਬੀ ਮਾਹ ਵਜੋਂ ਮਨਾਉਣ ਦਾ ਫੈਸਲਾ ਕੀਤਾ। ਕਿੰਨਾ ਜ਼ਿਆਦਾ ਸੌਖਾ ਕੁਐਸਚਨ ਬਣ ਗਿਆ ਕਿ ਕਿਹੜੀ ਸਟੇਟ ਨੇ, ਜਾਂ ਸਟੇਟ ਤਾਂ ਜਦੋਂ ਪੰਜਾਬੀ ਆ ਗਈ, ਪੰਜਾਬੀ ਮਾਹ ਆ ਗਿਆ ਤਾਂ ਪੰਜਾਬ ਤਾਂ ਆਈ ਜਾਣਾ। ਤੇ ਜਾਂ ਫਿਰ ਪੁੱਛਿਆ ਜਾ ਸਕਦਾ ਵੀ ਭਾਈ ਪੰਜਾਬੀ ਮਾਹ ਜਿਹੜਾ ਹੈਗਾ ਉਹ ਕਿਹੜੇ ਮੰਥ ਨੂੰ ਡਿਕਲੇਅਰ ਕੀਤਾ ਗਿਆ? ਸੋ ਨਵੰਬਰ ਮੰਥ ਨੂੰ ਡਿਕਲੇਅਰ ਕੀਤਾ ਗਿਆ, ਇਹ ਯਾਦ ਰੱਖਣਾ। ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਰਦੇ ਹੋਏ ਪੂਰੇ ਨਵੰਬਰ ਮਹੀਨੇ ਨੂੰ ਪੰਜਾਬੀ ਮਹੀਨਾ ਯਾਨੀ ਪੰਜਾਬੀ ਮਾਹ, ਰਾਈਟ, ਪੰਜਾਬੀ ਮਾਹ ਵਜੋਂ ਮਨਾਉਣ ਦਾ ਫੈਸਲਾ ਕੀਤਾ। ਕਹਿੰਦਾ ਇਸ ਤਹਿਤ ਯਾਨੀ ਕਿ ਜਿਹੜੇ ਯਾਨੀ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਜੋ ਆਪਣੇ ਜੋ ਗੁਰਮੀਤ ਸਿੰਘ ਮੀਤ ਆਪਣੇ ਮਿਨਿਸਟਰ ਹੈ, ਉਹਨਾਂ ਨੇ ਕਿਹਾ ਕਿ ਵੱਖ-ਵੱਖ ਇਹਦੇ ਤੇ ਜੋ ਕੀ ਕਹਿੰਦੇ ਹੁੰਦੇ ਆ ਵੀ ਮੇਲੇ ਵਗੈਰਾ ਕਰਾਏ ਜਾਣਗੇ, ਕੰਪੀਟੀਸ਼ਨ ਵਗੈਰਾ ਕਰਾਏ ਜਾਣਗੇ, ਰਾਈਟ। ਸੋ ਸੰਬੰਧਿਤ ਸੂਬੇ ਭਰ ਵਿੱਚ ਕਹਿੰਦਾ ਵੱਖ-ਵੱਖ ਥਾਵਾਂ ਰਾਜ ਤੇ ਪੱਧਰੀ ਸਮਾਗਮ ਕਰਵਾਏ ਜਾਣਗੇ, ਰਾਈਟ। ਸੋ ਇਹ ਕਾਫੀ ਚੀਜ਼ਾਂ ਇੰਪੋਰਟੈਂਟ ਬਣਦੀਆਂ ਗਈਆਂ। ਸੋ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਤੁਹਾਨੂੰ ਪਤਾ ਕਿ ਬਹੁਤ ਸਾਰੀਆਂ ਜਿਹੜੀਆਂ ਗਤੀਵਿਧੀਆਂ ਅੱਜ ਕੱਲ੍ਹ ਚੱਲਦੀਆਂ ਰਹਿੰਦੀਆਂ। ਸੋ ਇਹ ਕਾਫੀ ਇੰਪੋਰਟੈਂਟ ਹੈ ਕਿ ਪੂਰੇ ਨਵੰਬਰ ਮਹੀਨੇ ਨੂੰ ਪੰਜਾਬੀ ਮਾਹ ਡਿਸਾਈਡ ਕੀਤਾ ਗਿਆ, ਡੈਡੀਕੇਟ ਕੀਤਾ ਗਿਆ ਟੂ ਦਾ ਮਦਰ ਲੈਂਗੁਏਜ। ਸੋ ਇਹ ਕਾਫੀ ਚੀਜ਼ਾਂ ਇੰਪੋਰਟੈਂਟ ਬਣਦੀਆਂ। ਤੇ ਬਾਕੀ ਆਪਣੇ ਜਿਹੜੇ ਹਾਇਰ ਐਜੂਕੇਸ਼ਨ ਐਂਡ ਲੈਂਗੁਏਜ ਮਿਨਿਸਟਰ ਆ ਜਿਹੜੇ ਉਹ ਕੌਣ ਆ? ਮੀਤ ਹੇਅਰ। ਇਹ ਤੁਸੀਂ ਜ਼ਰੂਰ ਯਾਦ ਰੱਖਣਾਗਾ, ਇਹ ਵੀ ਪੁੱਛਿਆ ਜਾ ਸਕਦਾ ਹੈ, ਰਾਈਟ। ਸੋ ਐਂਡ ਤੇ ਜਦੋਂ ਆਪਾਂ ਕੁਐਸਚਨ ਕਰਾਂਗੇ ਐਸੇ ਵਧੀਆ ਕੁਐਸਚਨ ਤੁਹਾਡੇ ਸਾਹਮਣੇ ਨਿਕਲ ਕੇ ਆਉਣਗੇ ਕਿ ਬਸ ਤੁਸੀਂ ਐਂ ਕਹ ਲਓ ਵੀ ਆਸ਼ਾ ਕਰ ਹੋਵੋਗੇ ਵੀ ਹਾਂਜੀ ਪੰਜਾਬ ਦੇ ਕਰੰਟ ਅਫੇਅਰ ਵੀ ਅਸੀਂ ਇੰਨੇ ਵਧੀਆ ਤਰੀਕੇ ਦੇ ਨਾਲ ਪੜ੍ਹ ਸਕਦੇ ਹਾਂ। ਚਲੋ ਖੈਰ, ਤਾਂ ਆਪਾਂ ਅਗਲੀ ਖਬਰ ਵੱਲ ਵਧਦੇ ਹਾਂ। ਤਾਂ ਪੰਜਾਬ ਗਵਰਨਮੈਂਟ ਅਰਜਡ ਗਵਰਨਮੈਂਟ ਆਫ ਇੰਡੀਆ ਟੂ ਰਿਜ਼ਿਊਮ, ਹਾਲਾਂਕਿ ਕਰੰਟ ਅਫੇਅਰ ਦਾ ਕੋਈ ਬਹੁਤਾ ਵੱਡਾ ਪੋਰਸ਼ਨ ਨਹੀਂ ਹੈਗਾ, ਪਰ ਇੱਥੋਂ ਸਟੈਟਿਕ ਕੁਐਸਚਨ ਪੁੱਛਿਆ ਜਾ ਸਕਦਾ ਵੀ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਜਿਹੜੇ ਹੈਗੇ ਆ ਉਹ 에ਅਰਪੋਰਟ ਬਣੇ ਹੋਏ ਆ। ਆਹ ਕੁਐਸਚਨ ਆਮ ਤੌਰ ਤੇ ਤੁਸੀਂ ਪੇਪਰ ਦੇ ਵਿੱਚ ਦੇਖਦੇ ਹੋਵੋਗੇ। ਸੋ ਕੋਈ ਜ਼ਰੂਰੀ ਨਹੀਂ ਕਿ ਹਰ ਕਰੰਟ ਅਫੇਅਰ ਬਣ ਕੇ ਆਵੇ, ਸਟੈਟਿਕ ਪੋਰਸ਼ਨ ਵੀ ਆ ਜਾਂਦਾ। ਸੋ ਕੋਵਿਡ ਗਾਈਡਲਾਈਨਸ ਕਰਕੇ
ਜਾਂ ਕੋਵਿਡ ਜੋ ਸਿਚੁਏਸ਼ਨ ਪਹਿਲੀ ਆਪਣੇ ਪਿਛਲੇ 2-3 ਸਾਲਾਂ ਤੋਂ ਬਣੀ ਹੋਈ ਆ, ਉਹਦੇ ਕਰਕੇ ਕੁਝ ਜਿਹੜੇ ਆਪਣੇ ਸਟੇਸ਼ਨ ਸੀ ਯਾਨੀ 에ਅਰਪੋਰਟ ਸੀ ਬੇਸਿਕਲੀ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਫਲਾਈਟ ਵਗੈਰਾ ਨਹੀਂ ਜਾਂਦੀ ਸੀ। ਤਾਂ ਹੁਣ ਉਹਨਾਂ ਨੂੰ ਦੁਬਾਰਾ ਸਟਾਰਟ ਕਰਨ ਦੇ ਲਈ ਵਚਨਬੱਧ ਹੈ ਪੰਜਾਬ ਗਵਰਨਮੈਂਟ। ਸੋ ਪੰਜਾਬ ਗਵਰਨਮੈਂਟ ਨੇ ਡੋਮੈਸਟਿਕ ਫਲਾਈਟ ਆ ਜਿਹੜੀ ਆਦਮਪੁਰ, ਪਠਾਨਕੋਟ, ਸਾਹਨੇਵਾਲ ਤੇ ਬਠਿੰਡਾ, ਸੋ ਆ ਕਾਫੀ ਇੰਪੋਰਟੈਂਟ ਹੈ। ਤੁਹਾਨੂੰ ਪੁੱਛਿਆ ਜਾ ਸਕਦਾ ਵੀ ਪੰਜਾਬ ਦੇ ਵਿੱਚ ਇਹਨਾਂ ਦੇ ਵਿੱਚ ਕਿੱਥੇ ਕਿੱਥੇ 에ਅਰਪੋਰਟ ਨਹੀਂ ਹੈਗਾ ਜਾਂ ਹੈਗਾ। ਸੋ ਯਾਦ ਰੱਖਣਾ ਆਦਮਪੁਰ, ਪਠਾਨਕੋਟ, ਸਾਹਨੇਵਾਲ, ਬਠਿੰਡਾ ਇਹ ਡੋਮੈਸਟਿਕ ਫਲਾਈਟ ਇੱਥੋਂ ਚੱਲਦੀ ਆ ਤੇ ਬੇਸਿਕਲੀ ਇਸ ਨੂੰ ਜਿਹੜਾ ਕਿ ਹੁਣ ਰਿਜ਼ਿਊਮ ਯਾਨੀ ਦੁਬਾਰਾ ਤੋਂ ਚਾਲੂ ਕਰਨ ਦਾ ਜਿਹੜਾ ਫੈਸਲਾ ਕੀਤਾ ਗਿਆ ਹੈਗਾ, ਕੋਵਿਡ ਕਰਕੇ ਜਿਹੜਾ ਕਿ ਬੰਦ ਸੀਗਾ। ਸੋ ਪ੍ਰਿੰਸੀਪਲ ਸੈਕਟਰੀ ਸਿਵਲ ਐਵੀਏਸ਼ਨ, ਇਹ ਕੁਐਸਚਨ ਪੁੱਛਿਆ ਜਾ ਸਕਦਾ ਕਿ ਉਹ ਇਸ ਦਾ ਪ੍ਰਿੰਸੀਪਲ ਸੈਕਟਰੀ ਆਫ ਸਿਵਲ ਐਵੀਏਸ਼ਨ ਕੌਣ ਹੈ ਪੰਜਾਬ ਦੀ। ਸੋ ਉਹਨਾਂ ਦਾ ਨਾਮ ਕੀ ਹੈ, ਰਾਹੁਲ ਭੰਡਾਰੀ। ਸੋ ਇਹ ਕਾਫੀ ਇੰਪੋਰਟੈਂਟ ਹੈ, ਠੀਕ ਹੈ ਨਾ। ਸੋ ਪ੍ਰਿੰਸੀਪਲ ਸੈਕਟਰੀ ਆਫ ਸਿਵਲ ਐਵੀਏਸ਼ਨ ਯਾਨੀ 에ਅਰ ਦੇ ਨਾਲ ਰਿਲੇਟਡ ਹੈ। ਸੋ ਸੈਕਟਰੀ ਕੌਣ ਹੈ, ਰਾਹੁਲ ਭੰਡਾਰੀ। ਇਹਨਾਂ ਨੇ ਬੇਸਿਕਲੀ ਇਸ ਜੋ ਮੀਟਿੰਗ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੂੰ ਅਰਜ ਕੀਤਾਗਾ ਕਿ ਭਾਈ ਇਹ ਚੀਜ਼ਾਂ ਯਾਨੀ ਹੁਣ ਦੁਬਾਰਾ ਤੋਂ ਸਟਾਰਟ ਕਰੀਏ ਡੋਮੈਸਟਿਕ ਫਲਾਈਟਸ। ਸੋ ਕਾਫੀ ਇਹ ਇੰਪੋਰਟੈਂਟ ਹੈ, ਰਾਹੁਲ ਭੰਡਾਰੀ। ਸੋ ਯਾਦ ਰੱਖਣਾਗਾ। ਤੇ ਬਾਕੀ 에ਅਰਪੋਰਟ ਯਾਦ ਰੱਖਿਓ ਡੋਮੈਸਟਿਕ ਫਲਾਈਟ ਪੰਜਾਬ ਦੇ ਵਿੱਚ ਕਿੱਥੇ ਕਿੱਥੇ, ਆਦਮਪੁਰ, ਪਠਾਨਕੋਟ, ਸਾਹਨੇਵਾਲ ਤੇ ਬਠਿੰਡਾ, ਰਾਈਟ। ਸੋ ਇਸ ਤੋਂ ਬਾਅਦ ਆਪਾਂ ਅਗਲੀ ਖਬਰ ਵੱਲ ਵਧਦੇ ਹਾਂ। ਤਾਂ ਅਗਲੀ ਖਬਰ ਕੀ ਆ, ਬਹੁਤ ਸੋਹਣੀ ਖਬਰ ਹੈ ਕਿ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕ, ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕ, ਇਹਨਾਂ ਨੂੰ ਅਵਾਰਡ ਮਿਲਿਆਗਾ, ਹੈਜ਼ ਰਿਸੀਵਡ ਨੈਸ਼ਨਲ ਇੰਟੈਲੈਕਚੁਅਲ ਪ੍ਰਾਪਰਟੀ ਅਵਾਰਡ ਫਾਰ 2021 ਤੇ 2022। ਯਾਨੀ ਕਿ ਨੈਸ਼ਨਲ ਇੰਟੈਲੈਕਚੁਅਲ ਪ੍ਰਾਪਰਟੀ ਵਾਸਤੇ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕ ਨੂੰ ਅਵਾਰਡ ਮਿਲਿਆਗਾ। ਸੋ ਇਹ ਕਾਫੀ ਚੀਜ਼ਾਂ ਇੰਪੋਰਟੈਂਟ ਆ। ਕਿਹੜੀ ਕੈਟਾਗਰੀ ਦੇ ਵਿੱਚ ਮਿਲਿਆ, ਇਨ ਦਾ ਕੈਟਾਗਰੀ ਆਫ ਟੈਕਨੋਲੋਜੀ ਐਂਡ ਇਨੋਵੇਸ਼ਨ ਸਪੋਰਟ ਸੈਂਟਰ। ਸੋ ਆਬਵੀਅਸ ਗੱਲ ਹੈ ਟੈਕਨੋਲੋਜੀ ਦੇ ਨਾਲ ਰਿਲੇਟਡ ਹੈ। ਸੋ ਪੰਜਾਬ ਸਟੇਟ ਕਾਉਂਸਲ ਆਫ ਜੋ ਸਾਇੰਸ ਐਂਡ ਟੈਕ ਆ ਉਹਨੂੰ ਅਵਾਰਡ ਮਿਲੇਗਾ ਜਿਹੜਾ ਕਿ ਨੈਸ਼ਨਲ ਇੰਟੈਲੈਕਚੁਅਲ ਪ੍ਰਾਪਰਟੀ ਅਵਾਰਡ ਮਿਲੇਗਾ। ਬਾਕੀ ਕੈਬਨਿਟ ਮਿਨਿਸਟਰ ਜਿਹੜੇ ਮੀਤ ਹਾਇਰ ਆ ਉਹਨਾਂ ਨੇ ਐਪਰੀਸ਼ੀਏਟ ਕੀਤਾਗਾ ਇਸ ਚੀਜ਼ ਨੂੰ ਲੈ ਕੇ, ਰਾਈਟ। ਸੋ ਇਹ ਕਾਫੀ ਚੀਜ਼ ਇੰਪੋਰਟੈਂਟ ਬਣ ਗਈ ਆ। ਬਸ ਇੰਨਾ ਕਿ ਤੁਸੀਂ ਯਾਦ ਰੱਖਣਾ ਵੀ ਕਿਹੜੀ ਸਟੇਟ ਕਾਉਂਸਲ ਨੂੰ ਅਵਾਰਡ ਮਿਲਿਆਗਾ ਜੋ ਇੰਟੈਲੈਕਚੁਅਲ ਪ੍ਰਾਪਰਟੀ, ਨੈਸ਼ਨਲ ਇੰਟੈਲੈਕਚੁਅਲ ਪ੍ਰਾਪਰਟੀ ਬੇਸਿਕਲੀ ਜਿਹੜਾ ਅਵਾਰਡ ਮਿਲਿਆ ਫॉर 2021 ਤੇ 2022। ਸੋ ਯਾਦ ਰੱਖਣਾ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕ, ਇਹਨਾਂ ਨੂੰ ਅਵਾਰਡ ਮਿਲਿਆ। ਨੈਕਸਟ ਆਪਾਂ ਜੇਕਰ ਕੁਐਸਚਨ ਤੇ ਆਈਏ ਤਾਂ ਕਹਿੰਦਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਾਧਵਾ ਨੇ ਇੱਕ ਨਿਵੇਕਲੀ ਪਹਿਲ ਕਰਦਿਆਂ ਬੀਤੇ ਕਈ, ਚਲੋ ਇਹ ਕੋਈ ਕਰੰਟ ਅਫੇਅਰ ਬੜਾ ਜ਼ਿਆਦਾ ਇੰਪੋਰਟੈਂਟ ਨਹੀਂ ਬਣਦਾ। ਇਹ ਬੇਸਿਕਲੀ ਕੀ ਹੈ ਕਿ ਜਿਹੜੇ ਹੁਣ ਸਟਬਲ ਬਰਨਿੰਗ ਨੂੰ ਲੈ ਕੇ ਪੰਜਾਬ ਸਰਕਾਰ ਬਹੁਤ ਵਚਨਬੱਧ ਹੈ ਕਿ ਸਟਬਲ ਬਰਨਿੰਗ ਨਾ ਹੋਵੇ, ਰਾਈਟ ਆ, ਉਸ ਦੀਆਂ ਪ੍ਰੋਬਲਮਸ ਨੂੰ ਸੋਲਵ ਕੀਤਾ ਜਾਵੇ। ਸੋ ਇਹਨਾਂ ਨੇ ਇੱਕ ਹੋਰ ਯੋਜਨਾ ਚਲਾਈ ਆ ਵੀ ਬੇਸਿਕਲੀ ਜਿਹੜੇ ਨਹੀਂ ਕਰਨਗੇ ਬਰਨ ਤਾਂ ਉਹਨਾਂ ਨੂੰ ਬੇਸਿਕਲੀ ਅਵਾਰਡ ਵਗੈਰਾ ਦਿੱਤੇ ਜਾਣਗੇ, ਹੈ ਨਾ, ਕਿਸਾਨਾਂ ਨੂੰ ਅਵਾਰਡ ਵਗੈਰਾ ਦਿੱਤੇ ਜਾਣਗੇ। ਸੋ ਕੁਲਜੀਤ ਜੋ ਆਪਾਂ ਪਿਛਲੀ ਖਬਰ ਬੇਸਿਕਲੀ ਪੜ੍ਹ ਰਹੇ ਸੀਗੇ ਸਾਧਵਾ ਸਾਹਿਬ ਦੀ, ਸੋ ਉੱਥੇ ਅਵਾਰਡ ਵਗੈਰਾ ਦਿੱਤੇ ਗਏ। ਸੋ ਉਹ ਕੋਈ ਬੜਾ ਜ਼ਿਆਦਾ ਇੰਪੋਰਟੈਂਟ ਕਰੰਟ ਅਫੇਅਰ ਨਹੀਂ ਬਣਦਾ। ਚਲੋ ਖੈਰ, ਤਾਂ ਆਪਾਂ ਅਗਲੇ ਕਰੰਟ ਅਫੇਅਰ ਤੇ ਆਉਣੇ ਆ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ, ਠੀਕ ਆ। ਸੋ ਇਹ ਕਾਫੀ ਇੰਪੋਰਟੈਂਟ ਆ। ਹੈਲਥ ਐਂਡ ਫੈਮਿਲੀ ਵੈਲਫੇਅਰ ਮਿਨਿਸਟਰ ਆਪਣੇ ਹੈਗੇ ਚੇਤਨ ਸਿੰਘ ਜੌੜਾ ਮਾਜਰਾ। ਉਹਨਾਂ ਨੇ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਨੂੰ ਦੁਰਲਭ ਬਿਮਾਰੀਆਂ ਦੇ ਇਲਾਜ ਦੀ ਸੁਵਿਧਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਹੁਣ ਇਹ ਜਦੋਂ ਸਾਰਾ ਕੁਝ ਆਉਂਦਾ ਗਾ ਨਾ ਤਾਂ ਕੁਐਸਚਨ ਪੁੱਛਿਆ ਜਾਂਦਾ ਗਾ ਜਿਹੜਾ ਕਿ RBSK ਪ੍ਰੋਗਰਾਮ ਹੈ। ਆਹ ਕੁਐਸਚਨ ਪੁੱਛਿਆ ਜਾਊਗਾ ਬੇਸਿਕਲੀ। ਇੱਥੇ ਤਾਂ ਹੁਣ ਪੰਜਾਬੀ ਦੇ ਵਿੱਚ ਸਿੱਧਾ RBSK ਲਿਖਤਾ, ਪਰ ਇਹ ਸਮਝ ਨਹੀਂ ਲੱਗਦਾ ਵੀ ਬੇਸਿਕਲੀ RBSK ਹੈ ਕੀ, ਹੈ ਨਾ। ਸੋ ਇਹ ਕਾਫੀ ਇੰਪੋਰਟੈਂਟ ਹੈ। ਤੁਹਾਨੂੰ ਕੁਐਸਚਨ ਕੀ ਪੁੱਛਿਆ ਜਾ ਸਕਦਾ ਕਿ RBSK ਪ੍ਰੋਗਰਾਮ ਐਸੋਸੀਏਟਡ ਵਿਦ, RBSK ਪ੍ਰੋਗਰਾਮ ਆ ਜਿਹੜਾ ਬੇਸਿਕਲੀ ਇਹਦੇ ਤਹਿਤ ਜਿਹੜੇ ਛੋਟੇ ਬੱਚੇ ਆ, ਚਾਈਲਡ ਹੈਲਥ, ਰਾਈਟ ਆ, ਉਹਨਾਂ ਵਾਸਤੇ ਯਾਨੀ ਕਿ ਪੰਜਾਬ ਸਰਕਾਰ ਵਚਨਬੱਧ ਹੈ, ਯਾਨੀ ਉਹਨਾਂ ਦਾ ਇਲਾਜ ਵਗੈਰਾ ਜਿਹੜਾ ਕਿ ਕੀਤਾ ਜਾਵੇਗਾ। ਸੋ ਆਹੀ ਇੱਥੇ ਲਿਖਿਆ ਕਿ ਸੂਬਾ ਸਰਕਾਰ ਹਮੇਸ਼ਾ ਤਿਆਰ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਪੰਜਾਬ PGI ਅਧਿਕਾਰੀਆਂ ਨਾਲ ਸੰਪਰਕ ਵਿੱਚ ਹੈ। ਅੱਗੇ ਕਿਹਾ ਕਿ RBSK ਪ੍ਰੋਗਰਾਮ ਦੇ ਤਹਿਤ ਜੋ ਪਹਿਲਾਂ ਤੋਂ ਇਲਾਜ ਚੱਲ ਰਹੇ ਨੇ ਮਰੀਜ਼ਾਂ ਨੂੰ ਨਿਰਵਿਘਨ ਇਲਾਜ ਮਿਲਦਾ ਰਹੇਗਾ। ਸੋ ਇਹ ਜਿਹੜਾ ਇਲਾਜ ਹੈ ਇਹ ਹੁੰਦਾ ਰਹੇਗਾ। ਸੋ ਬਸ ਤੁਹਾਨੂੰ ਕੁਐਸਚਨ ਸਿਰਫ ਇੱਥੇ ਕੀ ਆਊਗਾ ਕਿ RBSK ਬੇਸਿਕਲੀ ਜਿਹੜਾ ਹੈਗਾ ਇਹ ਪ੍ਰੋਗਰਾਮ ਕਾਹਦੇ ਵਾਸਤੇ ਆ, ਇਹ ਚਾਈਲਡ ਹੈਲਥ ਵਾਸਤੇ ਆ। ਹੁਣ ਤੁਹਾਨੂੰ ਮੈਂ ਇੱਕ ਕੁਐਸਚਨ ਪੁੱਛਣ ਜਾ ਰਿਹਾ, ਕਮੈਂਟ ਬਾਕਸ ਦੇ ਵਿੱਚ ਦੱਸਣਾ ਜ਼ਰੂਰ ਹੈ ਕਿ RBSK ਦੀ ਫੁੱਲ ਫਾਰਮ ਕੀ ਹੈ। ਇਹ ਕੁਐਸਚਨ ਵੀ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ। What is the full form of RBSK program ਜਾਂ RBSK, ਰਾਈਟ। ਸੋ ਇਹਦੀ ਤੁਸੀਂ ਜ਼ਰੂਰ ਯਾਦ ਰੱਖਣੀ ਹੈ ਫੁੱਲ ਫਾਰਮ ਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਹੁਣ ਤੁਸੀਂ ਗੂਗਲ ਜ਼ਰੂਰ ਕਰੋਗੇ, ਕੋਈ ਚੱਕਰ ਨਹੀਂ, ਭਾਵੇਂ ਗੂਗਲ ਕਰਕੇ ਦੱਸੋ, ਪਰ ਉਹ ਅੱਜ ਤੋਂ ਬਾਅਦ ਯਾਦ ਰਹਿ ਜਾਊਗਾ, ਕਮੈਂਟ ਕਰਕੇ ਜ਼ਰੂਰ ਦੱਸਣਾ ਹੈ। ਸੋ ਇਹ ਕਾਫੀ ਚੀਜ਼ਾਂ ਇੰਪੋਰਟੈਂਟ ਬਣਦੀਆਂ ਤੇ ਬਾਕੀ ਹੈਲਥ ਐਂਡ ਫੈਮਿਲੀ ਵੈਲਫੇਅਰ ਚੇਤਨ ਸਿੰਘ ਜੌੜਾ ਮਾਜਰਾ ਇਹ ਆਪਣੇ ਮਿਨਿਸਟਰ ਯਾਦ ਰੱਖਣਾ। ਬਾਕੀ ਜਦੋਂ ਆਪਾਂ ਐਂਡ ਤੇ ਕੁਐਸਚਨ ਕਰਾਂਗੇ ਸਾਰਾ ਕੁਝ ਤੁਹਾਡੇ ਆਪਣੇ ਆਪ ਯਾਦ ਹੋਣ ਲੱਗ ਜਾਣਾ ਹੈ।
ਚਲੋ ਖੈਰ, ਤਾਂ ਇਸ ਤੋਂ ਬਾਅਦ ਆ ਗਿਆ ਜੀ ਵਿਸ਼ਵ ਭੋਜਨ ਦਿਵਸ, ਵਰਲਡ ਜਿਹਨੂੰ ਆਪਾਂ ਕਹਿੰਦੇ ਆ ਫੂਡ ਡੇ, ਵਰਲਡ ਫੂਡ ਡੇ। ਹਾਲਾਂਕਿ ਪੰਜਾਬ ਸਰਕਾਰ ਨੇ ਤਾਂ ਜਸਟ ਇੱਕ ਕਿਹਾਗਾ ਕਿ ਭਾਈ ਭੋਜਨ ਆ ਜਿਹੜਾ ਉਹ ਹਰ ਇੱਕ ਨੂੰ ਮਿਲਣਾ ਚਾਹੀਦਾ, ਨਿਊਟ੍ਰੀਸ਼ਨ ਵੈਲਿਊ ਉਹਦੀ ਸਮਝਣੀ ਚਾਹੀਦੀ ਆ, ਪੌਸ਼ਟਿਕ ਜਿਹੜੇ ਯਾਨੀ ਆਹਾਰ ਆ ਉਹ ਸਭ ਕੋਲੇ ਪਹੁੰਚਣਾ ਚਾਹੀਦਾ। ਸਿਰਫ ਇਹ ਤਾਂ ਇੱਕ ਪੰਜਾਬ ਸਰਕਾਰ ਵੱਲੋਂ ਮੈਸੇਜ ਆਇਆ, ਇਹ ਕਰੰਟ ਅਫੇਅਰ ਦੇ ਨਾਲ ਕੋਈ ਵੀ ਰਿਲੇਟਡ ਨਹੀਂ ਹੈਗਾ। ਜਸਟ ਇੰਨਾ ਕਿ ਤੁਸੀਂ ਇਸ ਮੰਥ ਦੇ ਵਿੱਚ ਹੈਗੇ ਹੋ ਤਾਂ ਇਸੇ ਮੰਥ ਦੇ ਵਿੱਚ ਜੋ ਵਰਲਡ ਫੂਡ ਡੇ ਆਉਂਦਾ, ਬਸ ਉਹਦਾ ਜੋ ਹੈਗਾ ਡੇਟ ਯਾਦ ਰੱਖਣੀ ਆ, ਉਹ ਕਿੰਨੀ ਆ ਜੀ 10 ਅਕਤੂਬਰ। ਸੋ 10 ਅਕਤੂਬਰ ਯਾਨੀ ਕਿ ਹੈਗਾ ਜਿਹੜਾ ਇਹ ਬੇਸਿਕਲੀ 16 ਅਕਤੂਬਰ, 16 ਅਕਤੂਬਰ ਨੂੰ ਜਿਹੜਾ ਹੈਗਾ ਵਰਲਡ ਡੇ ਅਬਜ਼ਰਵ ਕੀਤਾ ਜਾਂਦਾਗਾ, ਠੀਕ ਹੈ। ਸੋ ਇਹਦਾ ਜਿਹੜਾ ਥੀਮ ਆ ਉਹ ਕੀ ਆ, ਲੀਵ ਨੋ ਵਨ ਬਿਹਾਈਂਡ, ਲੀਵ ਨੋ ਵਨ ਬਿਹਾਈਂਡ, ਲੀਵ ਨੋ ਵਨ ਬਿਹਾਈਂਡ, ਯਾਨੀ ਕੋਈ ਵੀ ਯਾਨੀ ਪਿੱਛੇ ਨਹੀਂ ਰਹਿਣਾ ਚਾਹੀਦਾ, ਹਰ ਇੱਕ ਨੂੰ ਨਿਊਟ੍ਰੀਸ਼ਨ ਵੈਲਿਊ ਮਿਲਣੀ ਚਾਹੀਦੀ ਹੈ, ਪੌਸ਼ਟਿਕ ਆਹਾਰ ਮਿਲਣਾ ਚਾਹੀਦਾ, ਪੌਸ਼ਟਿਕ ਭੋਜਨ ਮਿਲਣਾ ਚਾਹੀਦਾ ਹੈ। ਸੋ ਵਿਸ਼ਵ ਭੋਜਨ ਦਿਵਸ ਵਰਲਡ ਫੂਡ ਡੇ 16 ਅਕਤੂਬਰ। ਸੋ ਇਹ ਕਰੰਟ ਅਫੇਅਰ ਦੇ ਨਾਲ ਜੋ ਸਟੈਟਿਕ ਪੋਰਸ਼ਨ ਹੈ ਬੇਸਿਕਲੀ ਉਹ ਤੁਸੀਂ ਯਾਦ ਕਰ ਲਓਗੇ, ਠੀਕ ਹੈ। ਇੱਕ ਮਿੰਟ, ਇਸ ਤੋਂ ਬਾਅਦ ਆਪਾਂ ਆਈਏ ਤਾਂ ਇਸ ਤੋਂ ਬਾਅਦ ਹੈਗਾ ਅਗਲਾ, ਕਹਿੰਦਾ ਜੀ ਪੇਂਡੂ ਵਿਕਾਸ ਤੇ ਪੰਚਾਇਤਾਂ ਖੇਤੀਬਾੜੀ ਤੇ NRIs ਮੰਤਰੀ ਜਿਹੜੇ ਕੁਲਦੀਪ ਸਿੰਘ ਢਾਲੀਵਾਲ ਆ, ਉਹਨਾਂ ਨੇ ਫੇਸਬੁੱਕ ਪੇਜ ਤੇ ਨਾ ਇੱਕ ਆਨਲਾਈਨ ਜਨਤਾ ਦਰਬਾਰ ਲਗਾਇਆ। ਸੋ ਪੁੱਛਿਆ ਜਾ ਸਕਦਾ ਹੈਗਾ ਕਿ ਪੰਜਾਬ ਦੇ ਕਿਹੜੇ ਐਸੇ ਮੰਤਰੀ ਨੇ ਫੇਸਬੁੱਕ ਪੇਜ ਤੇ ਆਨਲਾਈਨ ਯਾਨੀ ਜੋ ਹੈਗਾ ਸ਼ਿਕਾਇਤ ਦਰਬਾਰ ਕਹਿ ਸਕਦੇ ਹੋ ਬੇਸਿਕਲੀ, ਜਾਂ ਜਨਤਾ ਦਰਬਾਰ ਕਹਿ ਸਕਦੇ ਹੋ, ਹੈ ਨਾ। ਸੋ ਆਨਲਾਈਨ ਜਨਤਾ ਦਰਬਾਰ ਇੱਥੇ ਬੇਸਿਕਲੀ ਸ਼ਿਕਾਇਤਾਂ ਸੁਣੀਆਂ ਗਈਆਂ ਤੇ ਐਟ ਏ ਟਾਈਮ ਤੇ ਵੀ ਕਾਫੀ ਸ਼ਿਕਾਇਤਾਂ ਦਾ ਯਾਨੀ ਜਿਹੜਾ ਹੈਗਾ ਉਹ ਕਹਿੰਦੇ ਅਸੀਂ ਸੋਲਵ ਕੀਤਾਗਾ, ਨਿਪਟਾਰਾ ਕੀਤਾਗਾ। ਸੋ ਬਸ ਕੁਐਸਚਨ ਕੀ ਆਊਗਾ ਕਿ ਹੂ ਇਜ਼ ਦਾ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਐਗਰੀਕਲਚਰ ਐਂਡ NRIs ਮਿਨਿਸਟਰ, ਉਹ ਕੌਣ ਹੈ, ਕੁਲਦੀਪ ਸਿੰਘ ਢਾਲੀਵਾਲ ਹੈ। ਐਂਡ ਇਹਨਾਂ ਨੇ ਆਨਲਾਈਨ ਜਨਤਾ ਦਰਬਾਰ ਲਗਾਇਆਗਾ ਫੇਸਬੁੱਕ ਤੇ। ਸੋ ਆਹੀ ਕੁਝ ਇੰਪੋਰਟੈਂਟ ਬਣਦਾ ਤੇ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਇਹਨਾਂ ਨੇ ਜੋ ਕੰਪਲੇਂਟਸ ਲਈਆਂ ਤੇ ਕਾਫੀ ਸਾਰੀਆਂ ਕੰਪਲੇਂਟਸ ਨੂੰ ਐਟ ਏ ਟਾਈਮ ਹੀ ਰਿਜ਼ੋਲਵ ਕੀਤਾ ਗਿਆ। ਤੇ ਇਸ ਤੋਂ ਬਾਅਦ ਕਾਫੀ ਵਧੀਆ ਸੁਜੈਸ਼ਨ ਵੀ ਲੋਕਾਂ ਦੁਆਰਾ ਆਏ ਆ ਕਿ ਐਵੇਂ ਹਰ ਇੱਕ ਮੰਤਰੀ ਨੂੰ, ਪੰਜਾਬ ਦੇ ਮੰਤਰੀ ਨੂੰ ਐਵੇਂ ਲਾਈਵ ਆਉਣਾ ਚਾਹੀਦਾ ਤੇ ਇਹ ਇੰਟਰੈਕਸ਼ਨ ਕਰਨ ਦਾ ਬਹੁਤ ਵਧੀਆ ਤਰੀਕਾ, ਹਰ ਇੱਕ ਦੀ ਕੰਪਲੇਂਟ ਵਗੈਰਾ ਸੁਣੀ ਜਾ ਸਕਦੀ ਹੈ, ਰਾਈਟ। ਸੋ ਇਹ ਕਾਫੀ ਯਾਨੀ ਕਿ ਵਧੀਆ ਸਟੈਪ ਆ। ਸੋ ਆਨਲਾਈਨ ਜਨਤਾ ਦਰਬਾਰ ਇਹ ਜ਼ਰੂਰ ਯਾਦ ਰੱਖਣਾ, ਕੁਲਦੀਪ ਸਿੰਘ ਢਾਲੀਵਾਲ। ਨੈਕਸਟ ਆਪਾਂ ਜੇਕਰ ਕਰੰਟ ਅਫੇਅਰ ਤੇ ਆਈਏ ਤਾਂ ਡਿਊਰਿੰਗ ਕਹਿੰਦਾ 2-day ਕਾਨਫਰੰਸ ਆਫ ਪਾਵਰ ਐਂਡ ਨਿਊ ਰੀਨਿਊਏਬਲ ਐਨਰਜੀ ਮਿਨਿਸਟਰ ਆਫ ਸਟੇਟਸ ਐਂਡ UT ਪਾਵਰ ਮਿਨਿਸਟਰ ਹਰਭਜਨ ਸਿੰਘ ETO ਅਰਜਡ ਯੂਨੀਅਨ ਮਿਨਿਸਟਰ ਆਫ ਪਾਵਰ ਰਾਜ ਕੁਮਾਰ ਸਿੰਘ। ਸੋ ਇਹ ਪਹਿਲੀ ਗੱਲ ਤਾਂ ਸਾਰੇ ਜੋ ਯੂਨੀਅਨ ਮਿਨਿਸਟਰ ਆਫ ਪਾਵਰ ਹੈ ਰਾਜ ਕੁਮਾਰ ਸਿੰਘ ਤੇ ਹਰਭਜਨ ਸਿੰਘ ਆਪਣੇ ਸਟੇਟ ਦੇ ਵਿੱਚ ਆ। ਸੋ ਇਹਨਾਂ ਚੀਜ਼ਾਂ ਨੂੰ ਪਹਿਲੀ ਗੱਲ ਤਾਂ ਯਾਦ ਰੱਖਣਾਗਾ। ਟੂ ਅਲਾਟ ਮੈਕਸਿਮਮ ਫੰਡਸ ਅੰਡਰ ਦਾ ਰਿਫਾਰਮ ਬੇਸਡ ਐਂਡ ਰਿਜ਼ਲਟ ਲਿੰਕਡ RDSS। ਹੁਣ ਬੇਸਿਕਲੀ ਇਹ ਹੈ ਕਿ ਇੱਕ ਪਾਸੇ ਮੈਂ ਤੁਹਾਨੂੰ ਚੀਜ਼ ਇਹ ਸਮਝਾ ਦਿੰਦਾ ਕਿ ਬੇਸਿਕਲੀ RDSS ਹੈਜ਼ ਬੀਨ ਅਪਰੂਵਡ ਬਾਈ ਦਾ ਪੰਜਾਬ ਗਵਰਨਮੈਂਟ ਕੰਸਿਸਟਿੰਗ ਆਫ ਡਿਸਟ੍ਰੀਬਿਊਸ਼ਨ ਇਨਫਰਾਸਟ੍ਰਕਚਰ ਵਰਕਰਸ। ਯਾਨੀ ਕਹਿਣ ਦਾ ਮਤਲਬ ਕੀ ਆ ਕਿ ਜੋ ਕਹਿ ਲਓ ਵੀ ਇੱਕ ਜਿਵੇਂ ਕਹਿੰਦੇ ਹੁੰਦੇ ਆ ਵੀ ਇਨਫਰਾਸਟ੍ਰਕਚਰ ਹੁੰਦਾ ਬਣਾਉਣ ਵਾਸਤੇ ਕਿਸੇ ਬਿਲਡਿੰਗ ਨੂੰ ਕਹਿ ਲਓ, ਹੈ ਨਾ। ਸੋ ਉਹਦੇ ਵਾਸਤੇ ਜੋ ਪੰਜਾਬ ਸਰਕਾਰ ਹੈ ਬੇਸਿਕਲੀ ਉਹਨਾਂ ਨੇ ਟਾਈ ਅਪ ਕੀਤਾ ਗਿਆ। ਇਸ ਕਾਨਫਰੰਸ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਕਿ ਉਸ ਦੇ ਵਿੱਚ ਆਪਾਂ ਕਿਵੇਂ ਸੁਧਾਰ ਕਰ ਸਕਦੇ ਹਾਂ, ਡਿਸਟ੍ਰੀਬਿਊਸ਼ਨ ਇਨਫਰਾਸਟ੍ਰਕਚਰ ਆਪਾਂ ਕਿਵੇਂ ਕਰ ਸਕਦੇ ਹਾਂ। ਹਾਲਾਂਕਿ ਬਹੁਤਾ ਜ਼ਿਆਦਾ ਮੈਨੂੰ ਕੋਈ ਇੰਪੋਰਟੈਂਟ ਨਹੀਂ ਲੱਗ ਰਿਹਾ, ਠੀਕ ਹੈ। ਤਾਂ ਇਹ ਤੁਸੀਂ ਕੱਟ ਸਕਦੇ ਕਿਉਂਕਿ ਹਜੇ ਇਹ ਸਿਰਫ ਮੀਟਿੰਗ ਹੋਈ ਹੀ ਹੈ, ਇਹ ਸਿਰਫ ਹਜੇ ਮੀਟਿੰਗ ਹੋਈ ਆ। ਸੋ ਇੱਥੋਂ ਕੁਐਸਚਨ ਵੀ ਵਗੈਰਾ ਨਹੀਂ ਪੁੱਛਿਆ ਜਾ ਸਕਦਾ। ਇਹ ਐਕਚੁਅਲ ਦੇ ਵਿੱਚ ਮੈਂ ਕੀ ਕੀਤਾਗਾ, ਜੋ ਵੀ ਪੰਜਾਬ ਸਰਕਾਰ ਦੀਆਂ ਗਤੀਵਿਧੀਆਂ ਹੁੰਦੀਆਂ ਉਹ ਕਿਉਂਕਿ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਪਾਉਂਦੇ ਰਹਿੰਦੇ, ਮੈਂ ਉਹਨਾਂ ਸਾਰਿਆਂ ਨੂੰ ਇਕੱਠਾ ਕਰ ਲਿਆ, ਰਾਈਟ ਆ। ਫਿਰ ਉਹਨਾਂ ਦੇ ਵਿੱਚੋਂ ਆਪਾਂ ਕਾਟਾ ਛਾਟੀ ਕਰ ਰਹੇ ਹਾਂ ਕਿ ਕਿੱਥੋਂ ਕੁਐਸਚਨ ਕਿਵੇਂ ਕਿਵੇਂ ਪੁੱਛੇ ਜਾ ਸਕਦੇ ਆ। ਐਂਡ ਦਿਨੋਂ ਦਿਨ ਮੈਂ ਇਹਨਾਂ ਨੂੰ ਹੋਰ ਇਫੈਕਟਿਵ ਕਰਦਾ ਜਾਊਂਗਾ, ਬਹੁਤ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਕੁਐਸਚਨ ਯਾਨੀ ਕਿ ਨਾਲ ਨਾਲ ਮਿਲਦੇ ਰਹਿਣਗੇ। ਅੱਜ ਵੀ ਕੁਐਸਚਨ ਆਪਾਂ ਕਰਾਂਗੇ, ਰਾਈਟ। ਸੋ ਇਹ ਮੈਨੂੰ ਕੋਈ ਬਹੁਤਾ ਜ਼ਿਆਦਾ ਇੰਪੋਰਟੈਂਟ ਜਾਂ ਨਹੀਂ ਲੱਗ ਰਿਹਾ, ਟੈਕਨੀਕਲ ਟਰਮ ਹੈ। ਸੋ ਉਹ ਕੋਈ ਇਕੱਲਾ ਮਿਨਿਸਟਰ ਤੁਸੀਂ ਜ਼ਰੂਰ ਯਾਦ ਰੱਖ ਸਕਦੇ ਹੋ, ਹੋਰ ਕੋਈ ਨਹੀਂ, ਠੀਕ ਹੈ। ਸੋ ਇਸ ਤੋਂ ਬਾਅਦ ਆਪਾਂ ਜੇਕਰ ਗੱਲ ਕਰੀਏ ਤਾਂ ਆਹ ਕੁਐਸਚਨ ਬਹੁਤ ਇੰਪੋਰਟੈਂਟ ਬਣਦਾ ਗਾ। ਤਾਂ ਰੈਵਨਿਊ ਮਿਨਿਸਟਰ ਜਿਹੜੇ ਬ੍ਰਹਮ ਸ਼ੰਕਰ ਜਿੰਪਾ ਸੈਡ ਦੈਟ ਕਹਿੰਦਾ ਵੈਬਸਾਈਟ ਲਾਂਚ ਕੀਤੀ ਗਈ ਹੈ ਜੋ ਭਗਵੰਤ ਮਾਨ ਸਰਕਾਰ ਲੀਡ ਕਰ ਰਹੀ ਹੈ। ਇਹ ਕੀਤੀ ਗਈ ਆ ਖਨਗੀ ਤਕਸੀਮ ਫੈਮਿਲੀ ਪਾਰਟੀਸ਼ਨ। ਮੰਨ ਲਓ ਬਹੁਤ ਵੱਡਾ ਯਾਨੀ ਲੈਂਡ ਦਾ ਟੁਕੜਾ, ਓਬਵੀਅਸ ਗੱਲ ਆ, ਵੱਡੀਆਂ ਵੱਡੀਆਂ ਜੋ ਕਹਿ ਲਓ ਵੀ ਬਹੁਤ ਵੱਡਾ ਏਰੀਆ ਹੁੰਦਾ ਜਿਹੜਾ ਕਿ ਕਿਸੇ ਯਾਨੀ ਪੂਰੀ ਫੈਮਿਲੀ ਦੇ ਨਾਮ ਤੇ ਹੁੰਦਾ। ਪਾਰਟੀਸ਼ਨ ਵੇਲੇ ਬਹੁਤ ਜ਼ਿਆਦਾ ਰੌਲੇ ਵਗੈਰੇ ਪੈਂਦੇ ਤਕਸੀਮ ਵੇਲੇ, ਰਾਈਟ। ਸੋ ਬੇਸਿਕਲੀ ਖਨਗੀ ਤਕਸੀਮ ਵਾਸਤੇ ਇੱਕ ਵੈਬਸਾਈਟ ਹੀ ਤਿਆਰ ਕਰਤੀ
कि तुसी इस फैमिली पार्टीशन वास्ते ऑनलाइन भी अपनियां सारियां गतिविधियां कर सकते हो, अपनी डिटेल वगैरह भर सकते हो। उत्थे जेकर कोई जमीन का मान लो कोई फसल वगैरह खराब होंगी है, वह मुआवजा वगैरह भी मिल जा करूगा। यानी ये खानगी तकसीम आ जी बेसिकली ये बहुत सारे फायदे होंगे। सो ये वास्ते उन्होंने वैबसाइट आ जी लॉन्च की है e-services.punjab.gov.in। मैं एक तो चीज़ दिखा भी दिना, इतने आऊगा भी कि भाई तकसीम के फायदे की आ, कहता निशानदेही करवानी सौखी हो जूगी, जमीन की जी खरीद वेच आ वो आसान हो जूगा, जमाबंदी जी हैगी आ उसकी नकल सस्ती जी मिलेगी, खराबे का जोड़ा मुआवजा वह भी तुहानूं मिल जूगा, वक्रे खाते होने करके आपसी झगड़े आ जोड़े यानी कि ओबवियस गल आ वो घट होणगे। सो ये तकसीम के बेसिकली फायदे आ। सो ये भगवंत मान की जो सरकार है जो लीड कर रही है, इन्होंने एक वैबसाइट लॉन्च की है खानगी तकसीम। सो इतों भी क्वेश्चन वगैरह पूछा जा सकता है, जहाँ तुहानूं सीधा सीधा पूछा जा सकता है कि बेसिकली खानगी तकसीम है की, राइट। हुण PPSC दे विच खानगी तकसीम तो पूछा जा सकता है, जिवें तुसीं हाल ही दे विच देखिया होवे कि भाई जिहड़ी माई भागो स्कीम है वो तो भी क्वेश्चन पूछा गया सी, राइट। सो इस तरीके दी सारियां स्कीम्स वगैरह आप करते रहेंगे। तो बाकी मैं कोशिश करूँगा कि एक स्कीम टाइटल हैडलाइन लैके उस स्कीम के तहत जो भी वो पास्ट हिस्टरी है जो भी वो डिटेल आ, जिवें आशीर्वाद स्कीम आ पहला शगुन स्कीम सी, वो कल्ली कल्ली डिटेल भी तुहानूं मैं करवाउण दी कोशिश करूँगा। तो चलो खैर फिलहाल तो आप करंट अफेयर कर रहे हैं। सो सब तो जेकर तुसीं मेरे हिसाब दे नाल जेकर कोई किसी का पढ़ाई दे विच जां किसी का इनोवेशन दे विच जां किसी का एजुकेशन के नाल रिलेटेड जेकर आइडल होना चाहिए, सो ये होने चाहिए। सो इन्हां दी जो जन्म दिन ते यानी कि जिहड़ा वर्ल्ड स्टूडेंट डे है जिहड़ा वो ऑबजर्व किया जाता गा। सो पहली गल तो यह क्वेश्चन भी पूछ लिया जाता कि वर्ल्ड स्टूडेंट डे किन्ना दे जन्मदिन ते ऑबजर्व किया जाता है। सो अपने 11वें जिहड़े प्रेजिडेंट सीगे 2002 तो लैके 2007, ये भी याद रख लो क्योंकि ये भी पूछा जाता गा। सो विश्व विद्यार्थी दिवस अब्दुल कलाम जी को याद करते हुए यह मनाया जाता है। सो ये डेट जी याद रखनी है वो डेट हैगी है जी 15 अक्तूबर, 15 अक्तूबर। सो ये याद रखना उन्होंने जन्म दिहाड़े थे, बर्थडे ऑफ फॉर्मर प्रेजिडेंट ऑफ इंडिया डॉक्टर APJ अब्दुल कलाम, इन्हों याद करते हुए क्योंकि आखिरी यानी जो इन्हों की बेसिकली डैथ हुई है उदों आखिरी भी ये सैशन ही लै रहे थे स्टूडेंटा के सैमीनार, बहुत सारे स्टूडेंट सैमीनार ही लेंदे रहे। सो काफ़ी नौजवानों को इन्होंने बेसिकली इनकरेज किया, प्रेरित किया। सो ये काफ़ी इंपॉर्टेंट है वर्ल्ड स्टूडेंट डे 15 अक्तूबर, राइट हो गया। अगला जेकर आप करंट अफेयर ते आइए तो कहता कौमी खेडां होईयां सी, तुहानूं पता कि नैशनल गेम्स होईयां सी, कित्थे होईयां सी, ये गुजरात दे विच होईयां सी, राइट। 36वीं नैशनल कौमी खेडां होईयां सी जिहदे विच पंजाब ने टोटल 76 मैडल जिते। ये काफ़ी इंपॉर्टेंट है, पंजाब ने नैशनल गेम गुजरात यानी किन्ने मैडल जिते 76 मैडल, जिहदे विचों 19 गोल्ड जिते, 32 सिल्वर जिते तो 25 ब्रॉन्ज जिते। यह चीज़ बहुत इंपॉर्टेंट बनती है। सो किन्ने गोल्ड जिते वह भी याद रखना, किन्ने सिल्वर जिते वह भी याद रखना, किन्ने ब्रॉन्ज जिते वह भी याद रखना, तो किन्ने टोटल जिते वो तो याद रखने ही रखने। सो ये काफ़ी चीज़ां इंपॉर्टेंट बनदियां, ठीक है। सो कंग्रैचुलेट किया जो अपने स्पोर्ट्स मिनिस्टर मीत हायर है, ऑबवियस गल है एजुकेशन के मिनिस्टर भी आ, स्पोर्ट्स मिनिस्टर भी आ। सो इन्होंने बेसिकली जोड़ा है जिन्होंने बेसिकली मैडल जिता उन्होंने एप्रीशिएट किया। सो ये काफ़ी इंपॉर्टेंट है, टोटल 76 मैडल। सो याद रखना है कौमी खेडों के, ठीक है, देख सकते हो। इस तो बाद आ गया कहता जी चेयरमैन ऑफ द ऑन शोर सिक्योरिटी कोआर्डीनेशन कमेटी यानी OSCC ਦੇ ਜਿਹੜੇ चेयरमैन आ वो कौन आ, अपने DGP पंजाब, DGP पंजाब ਦਾ चलो अच्छा ठीक है। सो DGP पंजाब ਜਿਹੜੇ पुलिस गौरव यादव है उन्होंने अश्योर किया कंप्लीट असिस्टेंस एंड सपोर्ट फॉर द पंजाब पुलिस इंडिया टू द oil and gas companies to ensure the security and safety of oil and gas which are vital national assets। सो देखो जेकर पंजाबी च पढ़ोगे तो सौखा होर भी लगूगा कि ਜਿਹੜੇ चेयरमैन आ उन्होंने बेसिकली की कहा कहते भी सुरक्षा को यकीनी बनाने लई पंजाब पुलिस तो हर संभव ਜਿਹੜਾ समर्थन का भरोसा किया जा सकता है, राइट। सो ये काफ़ी इंपॉर्टेंट है बेसिकली ऑयल के नाल जो ऑर्गेनाइजेशन है बेसिकली एक तो पहला तुम याद रखना OSCC यानी चेयरमैन ऑफ द ऑन शोर सिक्योरिटी कोआर्डीनेशन, वो DGP जोड़े गौरव यादव है। क्वेश्चन तो बस आही पूछा जाऊ। मैं जोड़े करंट अफेयर लैन की कोशिश की है, एक तो करंट अफेयर होंगे कहानियाँ, जिवें हुण ये टैक्नीकलिटी के नाल क्वेश्चन नहीं पूछा जा सकता, सीधा स्टैटिक पूछा जाऊगा कि भाई चेयरमैन कौन है, DGP पंजाब कौन है, गौरव यादव। बस हुण इन्होंने भरोसा दिता, भरोसिਆਂ ते क्वेश्चन नहीं आते, जां तां कोई चीज़ लॉन्च हो ही गई होवे, ये तो सिर्फ उन्होंने भरोसा दवाया। आपां एक खबर नूं क्यों पढ़ रहे हैं कि भरोसा दवाया जाता, ठीक है गल, पर पेपर दे विच जिहड़ा क्वेश्चन आऊगा सिर्फ यही आऊगा कि हू इज़ द चेयरमैन ऑफ द OSCC। सो बस इन्ना याद रखना, जां इहदी फुल फॉर्म पूछी जा सकती है,
गौरव यादव TGP पंजाब राइट। अगले आप क्वेश्चन ते जेकर आइए तो उही जिहड़ा मैं तुहानूं दस्सिया कि जो अपना खनगी तकसीम है बेसिकली वो फायदे भगवंत मान भी गिना रहे हैं राइट। सो सारा कुछ उही है कि एक वैबसाइट तैयार की गई है भगवंत मान की सरकार ने जिहड़ा कि eservices.punjab.gov.in राइट। सो इत्थे तुसीं अपना नाम पिता पति का नाम पिंड का नाम सब तहसील जिला खाता खेफ्ट नंबर जो भी यानी कि हैगा तुसीं सारा कुछ अर्जी दे के अपलाई कर सकते हो। आ उहदे फायदे हैं राइट। सो आप यानी कि जिहड़ी हैगी आ ओह पढ़ लिया राइट। सो इस तरीके दे नाल करंट अफेयर नूं आपां तैयार कर सकते हैं। अगले करंट अफेयर वाल आपां वधदे हां तां कहंदा जी मुख मंत्री भगवंत मान ने लुधियाना के उद्योगपतियों के वफद नाल मीटिंग की प्रधानगी करदे सारे लघु उद्योगां यानी जो कि आपां गलबात करदे हैं कि कंसेंट ऑफ पंजाब पुलिस कंट्रोल जिहड़ा पोल्यूशन कंट्रोल बोर्ड है हुण मैं ये तुहानूं दस देना कि बेसिकली जिहड़े समॉल स्केल इंडस्ट्रीज़ है राइट समॉल स्केल इंडस्ट्रीज़ आ उहदे नाल टाई अप कीता गा ते एक स्कीम बनाई गई है जिन्हों आपां VDS स्कीम कहने यानी वॉलंटरी डिस्कलोजर स्कीम। हुणे मैं तुहानूं एक बहुत छोटी जी एग्जांपल नाल समझाउणा। मान लो एक अपना कोई छोटा जिहा मान लो अपनी इंडस्ट्री है उस इंडस्ट्री का यानी बहुत सारे कह लो भी ऐसे सर्टिफिकेशन होंगे ना जिमें कह लो भी पोल्यूशन का सर्टिफिकेशन ਜਾਂ कोई होर बहुत सारे लीगल सर्टिफिकेट होंगे राइट। जे वो ना हो तो बहुत भारी जुर्माना लगता। जे फॉर एग्जाम्पल मैं छोटी जी होर एग्जाम्पल लेना मान लो मेरे को गड्डी है तो मैं गड्डी का पोल्यूशन सर्टिफिकेट बनाया होया जे मान लो मैनू राह दे विच यानी अपना पुलिस वाला यानी ऑब्वियस गल आ जो रोकते हैं तो चैकिंग करते हैं तो जे मेरे को सर्टिफिकेट नहीं है तो मैनू जुर्माना लगूगा। तो बेसिकली जो अपने समॉल स्केल इंडस्ट्री है जो भगवंत मान की मीटिंग हुई है जो छोटे यानी उद्योगपति है जिन्हों की बेसिकली पूंजी 10 करोड़ तो घट है पूंजी निवेश जोड़ा इंडस्ट्री का 10 करोड़ तो घट है बेसिकली उन्होंने वास्ते एक वॉलंटरी डिस्कलोजर स्कीम यानी कहने का मतलब जिमें फॉर एग्जाम्पल मान लो यह कह दिता जाए कि चलो ठीक है इस तो पहले सर्टिफिकेट कुछ भी तुहाडे कोल नहीं सीगा ठीक है पर हुण वो सर्टिफिकेट होना चाहिए जे नहीं हैगा तो तुसीं अपनी इच्छा मुताबक स्वै इच्छा मुताबक वॉलंटरी डिस्कलोज कर सकते हो तुहानूं जुर्माना नहीं लगूगा तो तुसीं यानी पंजाब सरकार है जिहड़ी ओह हैल्प करूगी ओह यानी कि जिहड़ी हैगी आ ओह पंजाब पोल्यूशन कंट्रोल बोर्ड तो कंसेंट आप दवाऊगी कि भाई इन्हों बिना जुर्माने तो यानी कि सर्टिफिकेट दिता जाए। फॉर एग्जाम्पल होर एग्जाम्पल मैं बहुत सौखी ले लेना जिमें मान लो आप घर बना लिया घर बना के आप नक्शा बनाना मान लो भुल जाने तो जो आप घर बनाने तो बाद जो नक्शा अप्लाई करते तो आपको जुर्माना लगूगा राइट। जां ये कह लो भी जिमें जमीन के वास्ते करजा लिया होंगे तो आपको जुर्माना लगता तो सरकार उन्होंने माफ़ कर देंगी है। तो उस तरीके के नाल भी भाई ठीक है कोई चक्कर नहीं जे हुण तक तुसीं नक्शा नहीं बनाया सेम इसे परपज़ तो ही मैं तुहानूं समझा रहा कि समॉल स्केल इंडस्ट्री ने कहा भी चलो ठीक है जेकर कुछ है ऊच नीच तुहाडे सर्टिफिकेशन दे विच सो पंजाब पोल्यूशन कंट्रोल बोर्ड के नाल मिल के यानी उन्हों की कंसेंट के नाल सरकार यानी तुहाडे उस दे विच हैल्प करूगी तुसीं वॉलंटरी डिस्कलोजर स्कीम के तहत उस चीज़ नूं दस सकते हो राइट। सो यह चीज़ां काफ़ी इंपॉर्टेंट नहीं तो जिहड़ी यह समॉल स्केल इंडस्ट्री के विच आउंदा कौन है जिन्हें इन्वेस्टमेंट लैस दैन 10 करोड़ है। सो ये काफ़ी चीज़ां इंपॉर्टेंट बनदियां राइट। इस तो बाद आप अगले ते आइए कहता ऑन द ओकेजन ऑफ इंटरनेशनल डे ऑफ गर्ल चाइल्ड गवर्नमेंट ऑफ पंजाब इंटरनेशनल जिन्होंने आप कहने अंतरराष्ट्रीय बालड़ी दिवस पंजाब सरकार ने सुनेहा दिता कि भाई अपने बच्चियां नूं सक्षत बनाओ सिक्ख्यत करो। सो बस इत्थों क्वेश्चन पूछा की जा सकता है कि भाई इंटरनेशनल डे ऑफ गर्ल चाइल्ड कदों हुंदा गा बस आह क्वेश्चन पूछा जा सकता तो जल्दी तो जल्दी कमेंट बॉक्स के भी आंसर तुहानूं आउणा चाहिदा गा राइट जल्दी तो जल्दी दस दिओ ठीक है। सो ये काफ़ी इंपॉर्टेंट है जो ऑप्शन लेना चाहते तो मैं तुहानूं दस देना कि पहले 15 अक्तूबर तक 1 2 3 4 5 6 7 में तो उन्होंने आंसर तुसीं आराम दे नाल लगा सकते हो। सो काफ़ी इंपॉर्टेंट है इंटरनेशनल डे ऑफ गर्ल चाइल्ड ठीक है। सो ये चीज़ां इंपॉर्टेंट बनदियां भाई सो इन्हों तुसीं कमेंट बॉक्स में जरूर दसना। सो मैं 2 क्वेश्चन पूछे आ एक तो फुल फॉर्म पूछी है तो एक मैं पूछागा यानी यह डे राइट। इस तो बाद आप अगले ते आने आ दिवाली गिफ्ट आ भाई दिवाली गिफ्ट की है कहता भाई जो बेसिकली आप मिनीमम वेजिज पढ़ते हैं मिनीमम वेजिज पढ़ते हैं वो सारे किते लागू होंगे DPSP के मिनीमम वेज पढ़ते हो। सो बेसिकली पंजाब सरकार ने भी दिवाली गिफ्ट देंदे हुए की किया भगवंत मान ने अप्रूव करता कि जो मिनीमम वेजिज आ अपने वर्कर का जो तो एक तो देखो जोड़े अनस्किल्ड होंगे जिन्हें कि टैक्नीकल नहीं होंगे एक स्किल्ड होंगे जिन्होंने कोई ना कोई टैक्नीकल जानकारी होंगी है उन्होंने दोनों की जोड़े मिनीमम वेजिज आ उन्होंने इनक्रीज किया गया। सो एक क्वेश्चन पूछा जा सकता है कि भगवंत मान अप्रूवड हाइक मिनीमम वेजिज ऑफ दीज वर्करस CM ने कहा कि मिनीमम वेज जोड़ा अनस्किल्ड वर्कर है वह 9,907 कर दिता गया जोड़ा कि पहला 9192 सी
यानी 9907 कर दिता गया, जिहड़ा कि पहला 9192 रुपये सी। ते जिहड़ा स्किल्ड बंदा गा, स्किल्ड जां सैमी स्किल्ड कह लो, उन्हां दा कर दिता गया 10,687। 10,687 करता, जिहड़ा कि पहला 9972 सी। बस सिर्फ ये पूछा जा सकता भी किहड़ी सरकार, मौजूदा सरकार किहड़ी सरकार, किहड़ी स्टेट की सरकार जिन्होंने वर्कर यानी उन्होंने मिनीमम वेजिज को इनक्रीज किया गा दिवाली गिफ्ट के तौर पर, राइट। सो जहाँ पूछा जा सकता भी अनस्किल्ड की किन्नी वधाती भाई, जां जिहड़े हैगे आ तुहाडे स्किल्ड उन्होंने किन्ना वधाता। सो ये क्वेश्चन पूछा जा सकता कि, सो याद रखना कि जो अनस्किल्ड है 9907 करता, तो 10,687 स्किल्ड का कर दिता गया। सो ये काफ़ी चीज़ां इंपॉर्टेंट बनदियां। नाल ही एक चीज़ होर इंपॉर्टेंट बनती है कि चीफ मिनिस्टर ने नाल ही ये लॉन्च की है एक ऐप। वो ऐप का नाम की है जी, पंजाब कीर्ति सहायक ऐप। पंजाब कीर्ति सहायक ऐप सो बहुत इंपॉर्टेंट है। किहड़ी ऐप की गई है? पंजाब कीर्ति सहायक ऐप लॉन्च की गई है किहदे वास्ते? फॉर फैसिलिटेटिंग द लेबर एंड कंस्ट्रक्शन वर्कर्स टू गेट ऑल दी डिटेल्स ऑन सिंगल क्लिक, यानी वो पूरी डिटेल लै सकते हैं इस ऐप पर आके, राइट। सो पंजाब कीर्ति सहायक ऐप, सो ये काफ़ी चीज़ां इंपॉर्टेंट बनदियां ने, सो याद रखना भाई, ठीक है। बाकी एट ए टाइम तो अनमोल गगन मान भी जी हैगी अपने मिनिस्टर है, यानी बेसिकली वो भी प्रेजेंट सी। सो चलो सारी चीज़ें इंपॉर्टेंट। इस तो बाद आप नैक्सट यानी कि जो करंट अफेयर पर आइए, तो नैक्सट करंट अफेयर की है भाई? ये करंट अफेयर हैगा, पंजाब गवर्नमेंट विल एस्टैबलिश्ड हॉर्टिकल्चर एस्टेट। हॉर्टिकल्चर एस्टेट यानी बागवानी विभाग जिहड़े बनाए जाणगे, पंजाब सरकार वालों बागवानी विभाग बनाए जाणगे 4 ਜ਼ਿਲ੍ਹਿਆਂ ਦੇ ਵਿੱਚ। ਉਹਨੂੰ मानता मिल चुकी है। 4 डिस्ट्रिक्ट किहड़े आ भाई? वो फिरोजपुर, गुरदासपुर, फरीदकोट ते लुधियाना। बस ये याद रखना भाई किहड़े किहड़े यानी डिस्ट्रिक्ट दे विच आ, फिरोजपुर, गुरदासपुर, फरीदकोट ते लुधियाना दे विच 4 डिस्ट्रिक्ट आ, यानी जिहड़े हॉर्टिकल्चर एस्टेट उत्थे एस्टैबलिश किए जाएंगे। इक्विपमेंट द लेटेस्ट टैक्नोलॉजी इंफॉर्मेशन मशीनरी वगैरह उत्थे लगाई जाऊगी, जिहड़ी कि प्रोवाइड करूगी फैसिलिटी हॉर्टिकल्चरिस्ट नूं, हैल्पिंग दैम इन प्रोड्यूसिंग हाई क्वालिटी जिहड़े फ्रूट्स वगैरह बनाए जाएंगे। सो काफ़ी इंपॉर्टेंट है। जेकर तुसीं फिरोजपुर डिस्ट्रिक्ट की गल करो जां आपां अबोहर की भी गल करते हैं फाजिलका डिस्ट्रिक्ट की, तो बेसिकली तुहानूं फ्रूट्स वगैरह तुसीं इत्थे सिट्रस फ्रूट की जिहड़ी आपां गल करते, राइट। सो जो क्वालिटी फ्रूट्स एंड कटिंग कॉस्ट जी होगी वो भी अपनी घट जूगी। सो काफ़ी यानी कि जी कॉस्ट है उसनूं ਉਹਦੇ ਵਿੱਚ भी अपन फायदा मिलूगा। तो कैबिनेट मिनिस्टर ये फौजा सिंह सरारी ने यानी जी खबर शेयर की है, फौजा सिंह सरारी। सो ये काफ़ी इंपॉर्टेंट बनता है। सो वो 4 डिस्ट्रिक्ट किहड़े जिथे हॉर्टिकल्चर स्टेट एस्टैबलिश किया जाऊगा, याद रखना फिरोजपुर, गुरदासपुर, फरीदकोट ते लुधियाना। सो ये चीज़ां इंपॉर्टेंट बनदियां ने, राइट। हुण आपां एक बारी थोड़ा जा, क्योंकि हजे करंट अफेयर होर भी पे ये मैं कट्ठे करंट अफेयर लैके आया करूँ ताकि बहुत सारे बन जान, तो जां फिर थोड़े थोड़े डेली जेकर मैनूं लगूगा भी हाँ चलो 10 खबर बन गई तो आपां उहदे करंट अफेयर करा दिया करांगे। तो हुण आपां एकदम की करते हैं, इक्को दम आपां थोड़ा जिहा इस ते गैप पा के एक बारी जो करंट अफेयर हुण तक यानी जिहड़े आपां कीते उन्हां ते आपां क्वेश्चन कर लिए ताकि तुहानूं जल्दी जल्दी हो जाए, राइट। ये तो क्वेश्चन ही बड़े उत्ते चले गए, नीचे आ जू, ये नहीं आता, एक मिनट। सो आप इहनूं की करते हैं, सो मेरे हिसाब से तुहानूं क्वेश्चन ये दिखते होंगे, राइट। नहीं दिखते तो फिर आप एक होर काम करते हैं, एक मिनट रुक जाओ बस, एक मिनट। ओ माय गॉड, सो मेरे हिसाब से तुहानूं ऐ भी दिखना चाहिए, राइट। सिर्फ एवें दिख जूगा, जो नहीं दिख रहा तो इन्हूं थोड़ा बहुत जूम करके देखिए तो हो जूगा, हो जूगा, हो जाएगा, राइट। जिवें हुण आपां पहले क्वेश्चन के जेकर आइए, पहले क्वेश्चन के आप जेकर आइए तो देखो कितना सोहना क्वेश्चन है। कहता जी विच डिपार्टमेंट ऑफ पंजाब इन एसोसीएशन, दिख रहा है ना सारा, दिख रहा है ना, वेरी गुड। हाँ, तो विच डिपार्टमेंट ऑफ पंजाब इन एसोसीएशन विद MG सिपा, याद आ गया, महात्मा गांधी एंड प्राइमस पार्टनर ऑर्गेनाइज्ड ए वर्कशॉप ऑन मेन स्ट्रीमिंग फैमिलीज क्रिएटिंग एफिशिएंट फैमिली बेस्ड बेनिफिट्स डिलीवरी इन इंडिया। सो भाई किन्ना नाल हुई है, गवर्नेंस रिफॉर्म्स एंड पब्लिक
ਜਿਹੜਾ ਹੈਗਾ ਗ੍ਰੀਵਿਆਂਸ ਡਿਪਾਰਟਮੈਂਟ ਹੈ, ਡਿਪਾਰਟਮੈਂਟ ਆਫ HRD ਹੈ, ਡਿਪਾਰਟਮੈਂਟ ਆਫ ਫੈਮਿਲੀ ਵੈਲਫੇਅਰ ਹੈ, ਜਾਂ ਫਿਰ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਹੈ। ਸੋ ਇਹਦਾ ਜਿਹੜਾ ਆਨਸਰ ਆ ਜਾਊਗਾ ਜੀ ਉਹ ਗਵਰਨੈਂਸ ਰਿਫਾਰਮਸ ਐਂਡ ਪਬਲਿਕ ਗ੍ਰੀਵਿਆਂਸ ਡਿਪਾਰਟਮੈਂਟ ਆ ਜਾਊਗਾ ਕਿ 100% ਜਿਹੜੀਆਂ ਗਵਰਨਮੈਂਟ ਫੈਸਿਲਿਟੀਜ਼ ਆ ਉਹ ਲੋਕਾਂ ਤੱਕ ਪਹੁੰਚਦੀਆਂ ਹੋ ਜਾਣ, ਮੇਨ ਸਟ੍ਰੀਮ ਜੋ ਫੈਮਲੀਜ਼ ਆ, ਰਾਈਟ। ਸੋ ਇਹ ਕਾਫੀ ਚੀਜ਼ਾਂ ਇੰਪੋਰਟੈਂਟ ਬਣ ਗਈਆਂ। ਨੈਕਸਟ ਆਪਾਂ ਜੇਕਰ ਕੁਐਸਚਨ ਤੇ ਆਈਏ ਤਾਂ ਕਹਿੰਦਾ ਵੇਅਰ ਹੈਜ਼ ਪੰਜਾਬਜ਼ ਫਸਟ ਬਾਇਓ CNG ਪਲਾਂਟ ਸੈਟਅਪ ਬਠਿੰਡਾ, ਅੰਮ੍ਰਿਤਸਰ, ਸੰਗਰੂਰ, ਪਟਿਆਲਾ, ਯਾਨੀ ਦੇਸ਼ ਦਾ ਸਭ ਤੋਂ ਵੱਡਾ ਜਿਹੜਾ ਬਾਇਓਗੈਸ એનર્ਜੀ ਪਲਾਂਟ ਲਗਾਇਆ ਗਿਆ ਉਹ ਕਿੱਥੇ ਹੈ ਭਾਈ, ਉਹ ਸੰਗਰੂਰ ਹੈ। ਯਾਨੀ ਕਿ ਇਹਦਾ ਆਨਸਰ ਜਿਹੜਾ ਆ ਜਾਊਗਾ ਉਹ C ਆ ਜਾਊਗਾ। ਤੁਹਾਨੂੰ ਸਾਰਿਆਂ ਨੂੰ ਇਹ ਕੁਐਸਚਨ ਆ ਰਹੇ ਹੋਣਗੇ। ਫਿਰ ਕੁਐਸਚਨ ਕੀ ਪੁੱਛ ਲਿਆ ਗਿਆ, ਕਹਿੰਦਾ ਬਾਇਓ CNG ਪਲਾਂਟ ਜਿਹੜਾ ਕਿ ਰੀਸੈਂਟਲੀ ਪੰਜਾਬ ਦੇ ਵਿੱਚ ਲਗਾਇਆ ਗਿਆ ਉਹ ਕਿਹੜੀ ਪ੍ਰੋਬਲਮ ਨੂੰ ਸੋਲਵ ਕਰੂਗਾ। ਕਿੰਨਾ ਸੌਖਾ ਕੁਐਸਚਨ ਹੈ। ਤਾਂ ਡੀਫੋਰੈਸਟ੍ਰੇਸ਼ਨ ਕਰੂਗਾ, ਰੇਨ ਵਾਟਰ ਹਾਰਵੈਸਟਿੰਗ ਹੋਊਗਾ, ਸਟਬਲ ਬਰਨਿੰਗ ਹੋਊਗਾ, ਰਿਵਰ ਵਾਟਰ ਕਲੀਨਿੰਗ ਹੋਊਗਾ। ਸੋ ਸਟਬਲ ਬਰਨਿੰਗ ਹੋਵੇਗਾ। ਇਹੋ ਜਿਹੇ ਕੁਐਸਚਨ ਤੁਹਾਨੂੰ ਪੇਪਰਾਂ ਦੇ ਵਿੱਚ ਆਉਣ ਦੇ ਪੂਰੇ ਚਾਂਸ ਹੈ। ਐਂਡ ਮੈਂ ਤਾਂ ਮੰਨਦਾ ਕਿ ਪੇਪਰ ਦੇ ਵਿੱਚ ਜੇਕਰ 2 ਕੁਐਸਚਨ ਵੀ ਇਹੋ ਜਿਹੇ ਆ ਜਾਣ ਤਾਂ ਤੁਹਾਡਾ ਬਸ ਐਂ ਕਹਿ ਲਓ ਵੀ ਪਾਰ ਨਤਾਰਾ ਹੋ ਜਾਣਾ, ਕਿਉਂਕਿ GK ਦੇ ਵਿੱਚ ਤਾਂ ऐसे क्वेश्चन भी मिल जाए तो क्या बात है, राइट। चलो खैर, तो अगले क्वेश्चन की आप गलबात करते हैं। तो अगला क्वेश्चन जोड़ा है कहता जी विच कंपनी हैज़ सैट अप बायो CNG प्लांट इन पंजाब। तो मैं उस कंपनी का नाम भी दसिया सी, तुहानूं पढ़ के याद आ जाऊगा। वर्बियो ग्रुप, रिलायंस पेट्रोलियम, भारत पेट्रोलियम या इंडियन ऑयल कॉरपोरेशन। तो की आंसर आ जाऊगा इसका वर्बियो ग्रुप, इसका आंसर आ जाएगा। कितना ज़्यादा आसान है। नैक्सट आप करिए तो कहता वट इज़ द पर डे कैपेसिटी ऑफ इंडियाज लार्जेस्ट बायो एनर्जी प्लांट जो संगरूर विखे लिखा गा लग्या, यानी वह जड़ा यानी पर डे कैपेसिटी है जी बेसिकली कितनी होगी। तो 60,000 होगी, 80,000 होगी, 50,000 होगा, या फिर 70,000 मीटर क्यूब पर डे होगा। तो यदा आंसर जोड़ा आ जाऊगा वो 80,000 मीटर क्यूब पर डे आ जाऊगा। तो आई थिंक तो भी आंसर राइट होगा। नैक्सट आ गया कहता जी हू इज़ द यूनियन पेट्रोलियम मिनिस्टर ऑफ इंडियन गवर्नमेंट। सो यूनियन का पूछा गया तो हरदीप सिंह पुरी आऊगा, यानी अनुराग ठाकुर नहीं हो सकता, तो हरदीप सिंह पुरी इसका आंसर बन गया। सो मेरे हिसाब से भी आंसर राइट हो गया। देखो कितनी जल्दी करंट अफेयर हो रहे हैं, राइट। अगले करंट अफेयर से जेकर आप आइए तो अगला की कहता गा, कहता जी विच स्टेट हैज़ मेड कंपलसरी करता गा LSD यानी कि लंपी स्किन डिजीज वैक्सीनेशन सर्टिफिकेशन ऑफ कैटल टू पार्टिसिपेट इन द कैटल फेयर ਜਾਂ ਆਵਾਜਾਈ ਪਸ਼ੂਆਂ ਦੀ ਜਿਹੜੀ ਹੈ ਉਹਦੇ ਵਾਸਤੇ ਵੈਕਸੀਨੇਸ਼ਨ ਮੈਂਡੇਟਰੀ ਕੀਤਾ ਗਾ। ਕਿਹੜੀ ਸਟੇਟ ਨੇ ਕੀਤਾ ਗਾ? ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਰਾਜਸਥਾਨ। ਸੋ ਆਬਵੀਅਸ ਗੱਲ ਆ ਪੰਜਾਬ ਨੇ ਹੀ ਕੀਤਾ ਗਾ। ਹਾਊ ਮਚ ਅਮਾਊਂਟ ਕਹਿੰਦਾ ਹੈਜ਼ ਬੀਨ ਈਅਰ ਮਾਰਕਡ ਫॉर ਆਸ਼ੀਰਵਾਦ ਸਕੀਮ ਇਨ ਕਰੰਟ ਬਜਟ। ਤਾਂ ਆਸ਼ੀਰਵਾਦ ਸਕੀਮ ਦੇ ਵਿੱਚ ਸੈਂਕਸ਼ਨ ਯਾਨੀ ਕਿੰਨਾ ਬਜਟ ਦੇ ਵਿੱਚ ਪਾਇਆ ਗਿਆ? 129.29 ਕਰੋੜ, 161.31 ਕਰੋੜ, 170.10 ਕਰੋੜ, 220.5 ਕਰੋੜ, ਤਾਂ 161.31 ਕਰੋੜ ਆ ਜਿਹੜਾ ਉਹ ਕੀਤਾ गया सैंक्शन। 129.29 करोड़ जो बेसिकली डिस्ट्रीब्यूट कर दिता जा चुका, राइट, यानी कर दिता गया। सो ये काफ़ी चीज़ें इंपॉर्टेंट बनदियां ने। इस तो बाद आप नैक्सट जेकर क्वेश्चन की गल करिए तो हू इज़ द मिनिस्टर ऑफ सोशल जस्टिस इंपावरमेंट एंड माइनॉरिटीज़ इन द पंजाब गवर्नमेंट? बलजीत कौर, अमन अरोड़ा, हरपाल सिंह चीमा या डॉक्टर लाल जी? सो डॉक्टर बलजीत कौर, याद रखना, मिनिस्टर ऑफ सोशल जस्टिस इंपावरमेंट एंड माइनॉरिटीज़, राइट। सो ये काफ़ी चीज़ें इंपॉर्टेंट बनदियां ने भाई। नैक्सट आप जेकर गल करिए तो क्वेश्चन आ भी पूछा जा सकता, मैं दस्या भी सी कि आशीर्वाद स्कीम का पहला नाम की सी? शगुन स्कीम, शादी स्कीम, बेबे नानकी लाडली स्कीम या नन ऑफ दीज? सो शगुन स्कीम इसका राइट आंसर बन जाएगा, राइट। सो मेरे हिसाब से सारे दे ही याद होणगे, ठीक है। इस तो बाद आप नैक्सट क्वेश्चन वाले जेकर वधिए तो क्वेश्चन की है भाई नैक्सट क्वेश्चन जोड़ा है कहता जी पंजाबी माँ विच मंथ हैज़ बीन डिकलेयर्ड पंजाबी माँ, है ना। पंजाबी बोली के रिलेटेड तुहानूं पता पंजाबी माँ बोली की सेवा। सो पंजाब गवर्नमेंट उहदे लई तत्पर है। एक पूरा मंथ आ जिहड़ा नवंबर मंथ उहनूं पंजाबी माँ दा यानी तौर पर ऑबजर्व किया जाऊगा तो ये ਵੱਖ-ਵੱਖ ਥਾਵਾਂ ਤੇ यानी कि ਜਿਹੜੇ समागम किए जाएंगे। हू इज़ द हायर एजुकेशन एंड लैंगुएज मिनिस्टर ऑफ पंजाब गवर्नमेंट? हायर एजुकेशन एंड लैंगुएज मिनिस्टर कौन है? अमन अरोड़ा, मीत हेयर, हरपाल सिंह चीमा या कुलजीत सिंह? सो इसका जो आंसर आ जाऊगा जी वह की आ जाऊगा मीत हेयर। सो काफ़ी इंपॉर्टेंट है, स्पोर्ट्स मिनिस्टर भी ने, राइट। इस तो बाद आ गया जी हू इज़ द प्रिंसीपल सैक्रटरी ऑफ सिविल एविएशन ऑफ पंजाब? सो ये सिविल एविएशन तो तुहानूं याद आ गया होगा कि भाई ਜਿਹੜੀਆਂ ਡੋਮੈਸਟਿਕ ਫਲਾਈਟ ਆ बेसिकली उन्होंने दोबारा तो चालू करने की सिफारिश की गई है। सो प्रिंसीपल सैक्रटरी वो कौन सी? रोहित खत्री,
ਕੀ ਕਹਿੰਦੇ ਰਾਹੁਲ ਭੰਡਾਰੀ, ਅਵਤਾਰ ਸਿੰਘ ਕਾਹਲੋਂ ਜਾਂ ਫਿਰ ਡਾਕਟਰ ਚੀਮਾ। ਸੋ ਰਾਹੁਲ ਭੰਡਾਰੀ ਉਹਦਾ ਆਨਸਰ ਆ ਜਾਵੇਗਾ। ਸਾਰਿਆਂ ਦਾ ਹੀ ਆਨਸਰ ਰਾਈਟ ਹੋਣਾ ਚਾਹੀਦਾ। ਇਸ ਤੋਂ ਬਾਅਦ ਆ ਗਿਆ ਕਹਿੰਦਾ ਵਿਚ ਪੰਜਾਬ ਸਟੇਟ ਕੌਂਸਲ ਹੈਜ਼ ਰਿਸੀਵਡ ਨੈਸ਼ਨਲ ਇੰਟੈਲੈਕਚੁਅਲ ਪ੍ਰਾਪਰਟੀ ਅਵਾਰਡ। ਕਿਹੜੀ ਪੰਜਾਬ ਸਟੇਟ ਕੌਂਸਲ ਨੂੰ यानी 2021-22 वास्ते ਜਿਹੜਾ ਨੈਸ਼ਨਲ ਇੰਟੈਲੈਕਚੁਅਲ ਪ੍ਰਾਪਰਟੀ ਅਵਾਰਡ ਮਿਲੇਗਾ। ਸੋ ਕਿਹਨੂੰ ਮਿਲੇਗਾ? ਸਾਇੰਸ ਐਂਡ ਟੈਕ ਨੂੰ ਮਿਲੇਗਾ। ਸੋ ਯਾਨੀ ਇਹਦਾ ਆਨਸਰ ਜਿਹੜਾ ਆ ਜਾਊਗਾ ਉਹ ਏ ਆਨਸਰ ਆ ਜਾਵੇਗਾ। ਦੇਖੋ ਕਿੰਨੀ ਛੇਤੀ ਕੁਐਸਚਨ ਆਪਣੇ ਹੋ ਗਏ ਰਾਈਟ ਹੈ। ਇਸ ਤੋਂ ਬਾਅਦ ਆਪਾਂ ਕੁਐਸਚਨ ਤੇ ਆਈਏ। ਕਹਿੰਦਾ RBSK ਪ੍ਰੋਗਰਾਮ ਆ ਜਿਹੜਾ ਉਹ ਕਾਹਦੇ ਨਾਲ ਐਸੋਸੀਏਟ ਆ? RBSK ਦੀ ਇੱਕ ਤਾਂ ਤੁਸੀਂ ਫੁੱਲ ਫਾਰਮ ਦੱਸਣੀ ਹੈ। RBSK ਦੀ ਤੁਸੀਂ ਇੱਕ ਤਾਂ ਫੁੱਲ ਫਾਰਮ ਦੱਸਣੀ ਹੈ ਜਿਹੜੀ ਕਿ ਕਮੈਂਟ ਬਾਕਸ ਦੇ ਵਿੱਚ ਆਉਣੀ ਚਾਹੀਦੀ ਹੈ ਰਾਈਟ। ਅਤੇ ਕਿਹਦੇ ਨਾਲ ਐਸੋਸੀਏਟਡ ਹੈ ਇਹ? ਚਾਈਲਡ ਲੇਬਰ ਦੇ ਨਾਲ, ਚਾਈਲਡ ਟ੍ਰੈਫਿਕਿੰਗ ਦੇ ਨਾਲ, ਚਾਈਲਡ ਪੋਰਨੋਗ੍ਰਾਫੀ ਦੇ ਨਾਲ, ਜਾਂ ਫਿਰ ਚਾਈਲਡ ਹੈਲਥ ਦੇ ਨਾਲ, ਜਿਹੜਾ ਕਿ ਆਨਸਰ ਆਪਣਾ ਰਾਈਟ ਬਣ ਗਿਆ। ਸੋ ਮੇਰੇ ਹਿਸਾਬ ਦੇ ਨਾਲ ਸਾਰਿਆਂ ਨੂੰ ਆਉਂਦਾ ਹੋਊਗਾ। ਇਸ ਤੋਂ ਬਾਅਦ ਆ ਗਿਆ ਕਹਿੰਦਾ ਹੂ ਇਜ਼ ਦਾ ਹੈਲਥ ਐਂਡ ਫੈਮਿਲੀ ਵੈਲਫੇਅਰ ਮਿਨਿਸਟਰ ਇਨ ਪੰਜਾਬ? ਹਰਪਾਲ ਸਿੰਘ ਚੀਮਾ, ਚੇਤਨ ਸਿੰਘ ਜੌੜਾ ਮਾਜਰਾ, ਅਮਨ ਅਰੋੜਾ ਤੇ ਜਾਂ ਫਿਰ ਕੁਲਜੀਤ ਸਿੰਘ। ਸੋ ਇਹਦਾ ਜਿਹੜਾ ਆਨਸਰ ਆ ਜਾਊਗਾ ਜੀ ਚੇਤਨ ਸਿੰਘ ਜੌੜਾ ਮਾਜਰਾ ਆ ਜਾਊਗਾ ਰਾਈਟ। ਸੋ ਇਹ ਚੀਜ਼ਾਂ ਭਾਈ ਤੁਸੀਂ ਸਾਰੀਆਂ ਯਾਦ ਰੱਖਣੀਆਂ ਨੇ। ਇਸ ਤੋਂ ਬਾਅਦ ਕਹਿੰਦਾ ਕਿਹੜਾ ਮਿਨਿਸਟਰ ਵਿਚ ਮਿਨਿਸਟਰ ਰਿਸੈਂਟਲੀ ਹੈਲਡ ਐਨ ਆਨਲਾਈਨ ਜਨਤਾ ਦਰਬਾਰ ਔਨ ਹਿਜ਼ ਫੇਸਬੁੱਕ ਪੇਜ ਔਨ ਹਿਜ਼ ਹਰ ਫੇਸਬੁੱਕ ਪੇਜ। ਯਾਨੀ ਆਨਲਾਈਨ ਜਨਤਾ ਦਰਬਾਰ ਆ ਜਿਹੜਾ ਉਹ ਕਿਹੜੀ ਮਿਨਿਸਟਰ ਵੱਲੋਂ ਲਗਾਇਆ ਗਿਆ? ਕੁਲਜੀਤ ਸਿੰਘ ਵੱਲੋਂ, ਕੁਲਦੀਪ ਸਿੰਘ ਵੱਲੋਂ, ਭਗਵੰਤ ਮਾਨ ਵੱਲੋਂ, ਬਲਜੀਤ ਕੌਰ ਵੱਲੋਂ। ਸੋ ਕੁਲਜੀਤ ਸਿੰਘ ਇਹਦਾ ਆਨਸਰ ਆ ਜਾਵੇਗਾ। ਸੋ ਇਹ ਕਾਫੀ ਚੀਜ਼ਾਂ ਇੰਪੋਰਟੈਂਟ ਬਣਦੀਆਂ ਨੇ। ਸੌਰੀ ਕੁਲਦੀਪ ਸਿੰਘ ਠੀਕ ਹੈ ਨਾ। ਸੋ ਇਹ ਜਿੰਨੇ ਵੀ ਕੁਐਸਚਨ ਆ ਇਹ ਬਣਾਏ ਕਿੱਥੋਂ ਆ? ਤੁਹਾਨੂੰ ਪਤਾ ਸਾਰੇ ਨਿਊਜ਼ਪੇਪਰ ਤੋਂ ਜਾਂ ਫਿਰ ਜੋ ਕਰੰਟ ਅਫੇਅਰ ਬਣਦੇ ਇੱਥੋਂ। ਅਗਲਾ ਕੁਐਸਚਨ ਆ ਦੇਖੋ ਕਹਿੰਦਾ ਹਾਊ ਮੈਨੀ ਗੋਲਡ ਮੈਡਲ ਹੈਜ਼ ਬੀਨ ਵਨ ਬਾਏ ਪੰਜਾਬ ਇਨ ਨੈਸ਼ਨਲ ਗੇਮਸ। ਤਾਂ ਇਕੱਲੇ 골ਡ ਮੈਡਲ ਪੁੱਛਿਆ ਗਿਆ ਤਾਂ 골ਡ ਮੈਡਲ ਕਿੰਨੇ ਜਿੱਤੇ ਹੈਗੇ? 19 ਜਿੱਤੇ ਆ। ਤੇ ਟੋਟਲ ਜੇਕਰ ਮੈਡਲ ਪੁੱਛ ਲਿਆ ਜਾਂਦਾ ਤਾਂ ਫਿਰ ਟੋਟਲ ਕਿੰਨਾ ਆ ਜਾਂਦਾ? 76 ਮੈਡਲ ਹੈ ਨਾ ਟੋਟਲ। ਪਰ 19 ਜੇਕਰ 골ਡ ਆ ਤਾਂ ਤੁਸੀਂ ਸਿਲਵਰ ਤੇ ਬ੍ਰੌਂਜ ਵੀ ਯਾਦ ਰੱਖ ਕੇ ਜਾਣੇ ਨੇ। ਹੂ ਇਜ਼ ਦਾ ਚੇਅਰਮੈਨ ਆਫ ਔਨਸ਼ੋਰ ਸਿਕਿਉਰਿਟੀ ਕੋਆਰਡੀਨੇਸ਼ਨ ਕਮੇਟੀ ਆਫ ਪੰਜਾਬ? ਸੋ ਔਨਸ਼ੋਰ ਯਾਨੀ OSCC ਦੇ ਜਿਹੜੇ ਚੇਅਰਮੈਨ ਆ ਉਹ ਕੌਣ ਆ? DGP ਪੰਜਾਬ ਦਾ। ਸੋ DGP ਪੰਜਾਬ ਕੌਣ ਆ ਭਾਈ? ਗੌਰਵ ਯਾਦਵ। ਸੋ ਯਾਦ ਰੱਖਣਾ ਚੇਅਰਮੈਨ ਆਫ ਔਨਸ਼ੋਰ ਸਿਕਿਉਰਿਟੀ ਕੋਆਰਡੀਨੇਸ਼ਨ ਕਮੇਟੀ ਆਫ ਪੰਜਾਬ। ਸੋ ਇਹ ਚੀਜ਼ਾਂ ਸਾਰੀਆਂ ਇੰਪੋਰਟੈਂਟ ਬਣਦੀਆਂ ਨੇ। CM ਭਗਵੰਤ ਮਾਨ ਨੇ ਅਨਾਉਂਸ ਕੀਤੀ ਹੈ ਇੱਕ VDS ਕੀ ਹੈ? VD ਸਕੀਮ ਕੀ ਹੈ? ਵੋਲੰਟਰੀ ਡਿਸਕਲੋਜ਼ਰ ਸਕੀਮ। ਕਿ ਭਾਈ ਤੁਸੀਂ ਆਪਣੇ ਆਪ ਸਾਰਾ ਕੁਝ ਦੱਸ ਦਿਓ। ਟੂ ਗੈਟ ਕੰਸੈਂਟ ਆਫ ਵਿਚ ਡਿਪਾਰਟਮੈਂਟ? ਕਿਹੜੇ ਡਿਪਾਰਟਮੈਂਟ ਦੀ ਕੰਸੈਂਟ ਦਵਾ ਦੇਣਗੇ? ਫॉर ਆਲ ਸਮਾਲ ਸਕੇਲ ਇੰਡਸਟਰੀ ਔਰ ਇੰਸਟੀਟਿਊਟਸ। ਸੋ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ, ਪੰਜਾਬ ਫਾਇਰ ਡਿਪਾਰਟਮੈਂਟ, ਪੰਜਾਬ ਰੈਵਨਿਊ ਡਿਪਾਰਟਮੈਂਟ ਜਾਂ ਫਿਰ ਪੰਜਾਬ ਲੇਬਰ ਡਿਪਾਰਟਮੈਂਟ। ਸੋ ਇਹਦਾ ਆਨਸਰ ਆ ਜਾਊਗਾ ਜੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਯਾਨੀ PPCB ਪੋਲਿਊਸ਼ਨ ਕੰਟਰੋਲ ਬੋਰਡ। ਸੋ ਇਹਨਾਂ ਦੀ ਕੰਸੈਂਟ ਮਿਲ ਜੂਗੀ ਕਿੰਨਾ ਵਾਸਤੇ ਹੈ? ਸਮਾਲ ਸਕੇਲ ਜਿਹੜੇ ਛੋਟੇ ਯਾਨੀ ਛੋਟੀਆਂ ਇੰਡਸਟਰੀਆਂ ਜਿਨ੍ਹਾਂ ਦੀ ਪੂੰਜੀ ਬੇਸਿਕਲੀ ਯਾਨੀ ਇਨਵੈਸਟਮੈਂਟ ਹੈ ਜਿਹੜੀ ਉਹ ਲੈਸ ਦੈਨ 10 ਕਰੋੜ ਹੈ। ਸੋ ਇਹ ਕਾਫੀ ਚੀਜ਼ਾਂ ਇੰਪੋਰਟੈਂਟ ਬਣਦੀਆਂ ਨੇ। ਇਸ ਤੋਂ ਬਾਅਦ ਆਪਾਂ ਅਗਲੇ ਕੁਐਸਚਨ ਤੇ ਜੇਕਰ ਵਧੀਏ ਤਾਂ ਅਗਲਾ ਕੁਐਸਚਨ ਕੀ ਆ? ਕਹਿੰਦਾ ਰੀਸੈਂਟਲੀ ਬਹੁਤ ਇੰਪੋਰਟੈਂਟ ਕੁਐਸਚਨ ਆ ਜਿਹੜਾ ਕਿ ਆਪਾਂ ਕਰ ਚੁੱਕੇ ਆ। ਕਹਿੰਦਾ ਰੀਸੈਂਟਲੀ CM ਭਗਵੰਤ ਮਾਨ ਹੈਜ਼ ਹਾਈਕਡ ਦਾ ਮਿਨੀਮਮ ਵੇਜ ਫॉर ਅਨਸਕਿਲਡ ਵਰਕਰਸ। ਯਾਨੀ ਜੋ ਮਿਨੀਮਮ ਵੇਜਿਸ ਆ ਉਹ ਵਧਾਇਆ ਗਿਆ, ਭਗਵੰਤ ਮਾਨ ਨੇ ਵਧਾਇਆ। ਅਨਸਕਿਲਡ ਵਰਕਰ ਵਾਸਤੇ ਕਿੰਨਾ ਉਹ ਵਧਾਇਆ ਗਿਆ? ਵਾਟ ਆਰ ਦਾ ਨਿਊ ਮਿਨੀਮਮ ਵੇਜਿਸ? 9192, 9907, 9907 ਤੇ ਜਾਂ ਫਿਰ 10687। ਸੋ 9907 ਹੋ ਚੁੱਕਿਆ ਜਿਹੜਾ ਕਿ ਪਹਿਲਾਂ 9192 ਸਮਥਿੰਗ ਸੀਗਾ। ਐਂਡ ਜੇਕਰ ਸਕਿਲਡ ਦਾ ਪੁੱਛਿਆ ਜਾਵੇ ਤਾਂ ਫਿਰ ਸਕਿਲਡ ਦਾ ਜਿਹੜਾ ਸੀਗਾ ਉਹ 10687। ਸੋ ਇਹ ਕਾਫੀ ਚੀਜ਼ਾਂ ਇੰਪੋਰਟੈਂਟ ਬਣਦੀਆਂ ਭਾਈ ਯਾਦ ਰੱਖ ਲਓ। ਮਿਨੀਮਮ ਵੇਜ ਨੂੰ ਇਨਕਰੀਜ਼ ਕੀਤਾ ਗਿਆ। ਇਸ ਤੋਂ ਬਾਅਦ ਆ ਗਿਆ ਕਹਿੰਦਾ ਇੱਕ ਐਪ ਵੀ ਤਿਆਰ ਕੀਤੀ ਗਈ ਹੈ। ਵਾਟ ਇਜ਼ ਦਾ ਨੇਮ ਆਫ ਦਾ ਰੀਸੈਂਟਲੀ ਲਾਂਚਡ ਮੋਬਾਈਲ ਐਪ? ਉਹ ਮੋਬਾਈਲ ਐਪ ਕਿਹੜੀ ਹੈ ਜਿਹੜੀ ਰੀਸੈਂਟਲੀ ਲਾਂਚ ਕੀਤੀ ਗਈ ਆ? ਫੈਸਿਲਿਟੇਟਿੰਗ ਜੋ ਲੇਬਰ ਐਂਡ ਕੰਸਟਰਕਸ਼ਨ ਵਰਕਰਸ ਟੂ ਗੈਟ ਆਲ ਦੀਆਂ ਡਿਟੇਲਸ ਸਿੰਗਲ ਕਲਿੱਕ ਯਾਨੀ ਉਹਨਾਂ ਨੂੰ ਆਪਣੀ ਡਿਟੇਲ ਸਾਰੀ ਵਗੈਰਾ ਮਿਲ ਜੂਗੀ। ਉਹ ਕਿਹੜੀ ਐਪ ਜਿਹੜੀ ਹੈਗੀ ਆ ਬਣਾਈ ਗਈ ਆ? ਪੰਜਾਬ ਕੀਰਤੀ ਸਹਾਇਕ ਐਪ। ਪੰਜਾਬ ਕੀਰਤੀ ਸਹਾਇਕ ਐਪ। ਸੋ ਇਹ ਚੀਜ਼ ਹੈਗੀ ਆ। ਪੰਜਾਬ ਲੇਬਰਰਜ਼ ਇਨਫੋਰਮੇਸ਼ਨ ਐਪ, ਪੰਜਾਬ ਮਜ਼ਦੂਰ ਏਕਤਾ ਐਪ ਜਾਂ ਕੋਵਾ ਐਪ ਇਹ ਨਹੀਂ ਹੈਗਾ। ਸੋ ਇਹਦਾ ਆਨਸਰ ਜਿਹੜਾ ਆ ਜਾਊਗਾ ਪੰਜਾਬ ਕੀਰਤੀ ਸਹਾਇਕ ਐਪ ਆਨਸਰ ਆ ਜਾਵੇਗਾ। ਸੋ ਇਹ ਭਾਈ ਸਾਰਾ ਕੁਝ ਇੰਪੋਰਟੈਂਟ ਬਣਦਾ ਹੈ। ਸੋ ਮੇਰੇ ਹਿਸਾਬ ਦੇ ਨਾਲ ਤੁਸੀਂ ਸਮਝ ਗਏ ਹੋਵੋਗੇ। ਅਗਲੇ ਜੇਕਰ ਆਪਾਂ ਕੁਐਸਚਨ ਤੇ ਆਈਏ ਤਾਂ ਕਹਿੰਦਾ ਇਨ ਵਿਚ ਆਫ ਦਾ ਫੋਲੋਇੰਗ ਡਿਸਟ੍ਰਿਕਟ ਹਾਰਟੀਕਲਚਰ ਐਸਟੇਟ ਵਿਲ ਨਾਟ ਬੀ ਐਸਟੈਬਲਿਸ਼ਡ ਬਾਈ ਪੰਜਾਬ ਗਵਰਨਮੈਂਟ। ਸੋ ਹਾਰਟੀਕਲਚਰਿਸਟ ਵਾਸਤੇ ਆਪਾਂ ਜੋ ਫਰੂਟਸ ਦੀ ਗੱਲ ਕਰਦੇ ਸੀਗੇ ਉਹਦੇ 4 ਡਿਸਟ੍ਰਿਕਟ ਦੇ ਵਿੱਚ ਉਹ ਕਹਿੰਦੇ ਲਗਾਏ ਜਾਣਗੇ, ਐਸਟੈਬਲਿਸ਼ ਕੀਤੇ ਜਾਣਗੇ। ਇਹਨਾਂ ਦੇ ਵਿੱਚ ਉਹ ਕਿਹੜਾ ਡਿਸਟ੍ਰਿਕਟ ਨਹੀਂ ਹੈਗਾ? ਫਿਰੋਜ਼ਪੁਰ, ਗੁਰਦਾਸਪੁਰ, ਫਰੀਦਕੋਟ, ਪਟਿਆਲਾ।
ਫਿਰੋਜ਼ਪੁਰ ਵੀ ਠੀਕ ਹੈ, ਫਿਰੋਜ਼ਪੁਰ ਵੀ ਠੀਕ ਹੈ, ਫਿਰੋਜ਼ਪੁਰ ਵੀ ਠੀਕ ਹੈ, ਗੁਰਦਾਸਪੁਰ ਵੀ ਠੀਕ ਹੈ, ਫਰੀਦਕੋਟ ਵੀ ਠੀਕ ਹੈ, ਪਟਿਆਲਾ ਨਹੀਂ ਹੈਗਾ। ਚੌਥਾ ਡਿਸਟ੍ਰਿਕਟ ਜੇਕਰ ਯਾਦ ਆ ਗਿਆ ਤਾਂ ਵੈਰੀ ਗੁੱਡ ਹੈ, ਤੇ ਨਹੀਂ ਫਿਰ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ, ਜਾਂ ਮੈਂ ਚਲੋ ਲਿਖ ਦਿੰਦਾ ਕਿ ਭਾਈ ਲੁਧਿਆਣਾ, ਲੁਧਿਆਣਾ ਠੀਕ ਹੈ। ਤਾਂ ਚੌਥਾ ਡਿਸਟ੍ਰਿਕਟ ਹੈ ਜਿਹੜਾ ਲੁਧਿਆਣਾ, ਇਹ ਯਾਨੀ ਕਿ ਚਾਰੇ ਜਿਹੜੇ ਡਿਸਟ੍ਰਿਕਟ ਉਹ ਤੁਸੀਂ ਯਾਦ ਰੱਖਣਾ। ਹੁਣ ਦੇਖੋ ਆਪਾਂ ਅਗਲਾ ਕਰੰਟ ਅਫੇਅਰ ਪੜ੍ਹਿਆ ਨਹੀਂ, ਤੇ ਹੁਣ ਤੁਹਾਨੂੰ ਇਹਦਾ ਆਨਸਰ ਆਉਂਦਾ ਹੈਗਾ ਕਿ G20 ਸਮਿਟ ਜਿਹੜੀ ਹੋਣੀ ਹੈ 2023 ਦੇ ਵਿੱਚ, ਉਹਦੀਆਂ ਤਿਆਰੀਆਂ ਪੰਜਾਬ ਸਰਕਾਰ ਵੱਲੋਂ ਯਾਨੀ ਕਰ ਲਈਆਂ ਗਈਆਂ। ਹੁਣ G20 ਦੀ ਪੰਜਾਬ ਸਰਕਾਰ ਤਿਆਰੀ ਕਿਉਂ ਕਰ ਰਹੀ ਹੈ? ਕਿਉਂਕਿ ਪੰਜਾਬ ਦੇ ਵਿੱਚ ਹੋਣੀ ਹੈ, ਅੰਮ੍ਰਿਤਸਰ ਹੋਵੇਗੀ, ਲੁਧਿਆਣੇ ਹੋਵੇਗੀ, ਪਟਿਆਲੇ ਹੋਵੇਗੀ, ਬਠਿੰਡਾ ਹੋਵੇਗੀ। ਇਹਦਾ ਆਨਸਰ ਕੀ ਤੁਸੀਂ ਦੱਸ ਸਕਦੇ ਹੋ, ਕਿ ਜਾਂ ਫਿਰ ਪੜ੍ਹ ਕੇ ਹੀ ਦੱਸੋਗੇ ਅੰਮ੍ਰਿਤਸਰ ਹੈ ਨਾ? ਯਾਨੀ ਪੜ੍ਹਨਾ ਤਾਂ ਪੈਣਾ ਗਾ। ਇਸੇ ਕਰਕੇ ਕਰੰਟ ਅਫੇਅਰ ਮੈਂ ਇਹ ਸਾਰੇ ਲੈ ਕੇ ਆਇਆ ਗਾ। ਜਿਵੇਂ ਹੁਣ ਅਗਲਾ ਕੁਐਸਚਨ ਦੀ ਗੱਲ ਕਰੀਏ ਤਾਂ ਅਗਲਾ ਕੁਐਸਚਨ ਕੀ ਹੈ? ਕਹਿੰਦਾ ਹੂ ਆਫ ਦਾ ਫੋਲੋਇੰਗ ਇਜ਼ ਦਾ ਨਾਟ ਮੈਂਬਰ ਆਫ ਦਾ ਕੈਬਨਿਟ। ਸਬ ਕਮੇਟੀ ਬਣਾਈ ਗਈ ਹੈ ਭਗਵੰਤ ਮਾਨ ਵੱਲੋਂ ਅਪਕਮਿੰਗ G20 ਵਾਸਤੇ, ਤਾਂ ਉਹਦੇ ਵਿੱਚੋਂ ਕਿਹੜਾ ਇਹਨਾਂ ਦੇ ਵਿੱਚੋਂ ਮੈਂਬਰ ਨਹੀਂ ਹੈਗਾ? ਸੋ ਇਹ ਕਰੰਟ ਅਫੇਅਰ ਜਾਣਨ ਵਾਸਤੇ ਮੇਰੇ ਹਿਸਾਬ ਦੇ ਨਾਲ ਆਲਰੇਡੀ 50 ਮਿੰਟ ਹੋ ਚੁੱਕੇ ਹੈ ਨਾ। ਤਾਂ ਕਰੰਟ ਅਫੇਅਰ ਦਾ ਹਰ ਰੋਜ਼ ਸੈਸ਼ਨ ਮੈਂ ਲਗਾ ਲਿਆ ਕਰੂੰਗਾ ਤਾਂ ਕਿ ਇਹ ਬਣਦੇ ਰਹਿਣ। ਤੇ ਅਗਲੀਆਂ ਸਲਾਈਡਾਂ ਜਿਹੜੀਆਂ ਬਣੀਆਂ ਹੋਈਆਂ ਇਹ ਕੱਲ ਤੋਂ ਆਪਾਂ ਕਰ ਲਾਂਗੇ। ਜਿਵੇਂ ਇੱਕ ਕੁਐਸਚਨ, ਹੁਣ ਦੇਖੋ 3 ਕੁਐਸਚਨ ਤੁਹਾਨੂੰ ਮੈਂ ਪੁੱਛੇ ਆ, ਇੱਕ ਤਾਂ ਫੁੱਲ ਫਾਰਮ ਪੁੱਛੀ ਆ, ਇੱਕ ਤੁਹਾਨੂੰ ਪੁੱਛਿਆ ਮੈਂ ਆਲਰੇਡੀ, ਇੱਕ ਹੋਰ ਕਿਹੜਾ ਦਿਨ ਪੁੱਛਿਆ ਸੀਗਾ ਮੈਨੂੰ ਲੱਗਦਾ, ਬਾਲੜੀ ਦਿਵਸ ਪੁੱਛਿਆ ਸੀਗਾ, ਇੰਟਰਨੈਸ਼ਨਲ ਬਾਲੜੀ ਦਿਵਸ, ਵਿਸ਼ਵ ਬਾਲੜੀ ਦਿਵਸ ਤੇ ਵਿਸ਼ਵ ਮਾਨਸਿਕ ਸਿਹਤ ਦਿਵਸ, ਰਾਈਟ ਆ। ਸੋ ਇਹਦਾ ਯਾਨੀ ਤਿੰਨਾਂ ਦੇ ਤੁਸੀਂ ਆਨਸਰ ਆ ਜਿਹੜੇ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣੇ ਆ। ਉਹਦੇ ਨਾਲ ਬਸ ਇੰਨਾ ਗਾ ਕਿ ਪਤਾ ਲੱਗ ਜਾਂਦਾ ਕਿ ਤੁਸੀਂ ਭਾਈ ਥੋੜਾ ਬਹੁਤ ਸੁਣ ਰਹੇ ਹੋ, ਥੋੜਾ ਬਹੁਤ ਪੜ੍ਹ ਰਹੇ ਹੋ ਤੇ ਇੰਟਰਸਟ ਦਿਖਾ ਰਹੇ ਹੋ। ਤੇ ਇਹ ਕਰੰਟ ਅਫੇਅਰ ਹੁਣ ਜਿਵੇਂ ਉਹ 7 ਵਾਲੀਆਂ ਖਬਰਾਂ ਹਰ ਰੋਜ਼ ਆਉਂਦੀਆਂ ਹੁੰਦੀਆਂ ਸੀ, ਤਾਂ ਉਸੇ ਤਰੀਕੇ ਨਾਲ ਮੈਂ ਕੋਸ਼ਿਸ਼ ਕਰੂੰਗਾ ਕਿ ਹਰ ਰੋਜ਼ ਖਬਰਾਂ ਤੁਹਾਡੇ ਤੱਕ ਪਹੁੰਚਣ। ਤੇ ਮੈਂ ਹੋਪ ਕਰਦਾ ਕਿ ਆਉਣ ਵਾਲੇ ਪੇਪਰਾਂ ਦੇ ਵਿੱਚ ਤੁਹਾਨੂੰ ਪੰਜਾਬ ਦੇ ਕਰੰਟ ਅਫੇਅਰ ਭਰ ਭਰ ਕੇ ਮਿਲਣਗੇ। ਇਹ ਮੈਨੂੰ ਲੱਗਦਾ, ਮੇਰੀ ਗਟ ਫੀਲਿੰਗ ਆ। ਸੋ ਆਬਵੀਅਸ ਗੱਲ ਆ ਜੇਕਰ ਤੁਸੀਂ ਪੜ੍ਹੋਗੇ, ਹਾਲਾਂਕਿ ਹੁਣ ਵੀ ਕਰੰਟ ਅਫੇਅਰ ਆਉਂਦੇ ਆ ਪਰ ਹਜੇ ਇੰਨੇ ਜ਼ਿਆਦਾ ਨਹੀਂ ਆਉਂਦੇ, ਪਰ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਪੰਜਾਬ ਦੇ ਕਰੰਟ ਅਫੇਅਰ ਮੈਕਸਿਮਮ ਦੇਖ ਸਕਦੇ ਹੋ। ਸੋ ਥੈਂਕ ਯੂ ਸੋ ਮਚ, ਬਾਬਾ ਮਿਹਰ ਕਰੇ, ਚੜ੍ਹਦੀ ਕਲਾ ਚ ਇਸ ਤਰੀਕੇ ਨਾਲ ਪੜ੍ਹਦੇ ਰਹੋ। ਤੇ ਬਾਕੀ ਐਪਲੀਕੇਸ਼ਨ ਇੰਸਟਾਲ ਜ਼ਰੂਰ ਕਰਨੀ ਹੈ, ਜਿੱਥੇ ਮੈਂ ਬਹੁਤ ਵਧੀਆ ਤਰੀਕੇ ਦੇ ਨਾਲ ਕੋਰਸ ਤੁਹਾਨੂੰ ਪੜ੍ਹਾ ਰਿਹਾਗਾ। ਹਜੇ ਨਵੇਂ ਕੋਰਸ ਆ, ਸੋ ਜਲਦੀ ਇਨਰੋਲਮੈਂਟ ਕਰ ਲਓ ਭਾਈ, ਤੇ ਫਿਰ ਉਸ ਤੋਂ ਬਾਅਦ ਫਿਰ ਪਿੱਛੇ ਰਹਿ ਜਾਓਗੇ। ਥੈਂਕ ਯੂ ਸੋ ਮਚ, ਬਾਬਾ ਨਾਨਕ ਮਿਹਰ ਕਰੇ, ਚੜ੍ਹਦੀ ਕਲਾ ਚ ਰਹੋ, ਤੇ ਆਪਾਂ ਹੋਰ ਨਵੀਂ ਵੀਡੀਓਜ਼ ਨਾਲ ਮਿਲਦੇ ਰਹਾਂਗੇ। ਥੈਂਕ ਯੂ ਸੋ ਮਚ।